ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੀਨਸ ਦਿਓਸ ਬਤੀਤ। ਨੰਦਨ ਹਰ ਗੋਬਿੰਦ ਜੀ ਤਨ ਬਿਲੰਦ ਮੁਦ ਚੀਤ। ਇਸ ਪ੍ਰਕਾਰ ਸ੍ਰੀ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੁਲ ਆਲਮ ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਘਰਾਂ ਵਿੱਚ ਵੀ ਆਪ ਸੰਗਤਾਂ PTC ਸਿਮਰਨ ਦੇ ਮਾਧਿਅਮ ਰਾਹੀਂ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹੋ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ। ਸਤਿਗੁਰੂ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਤਨ ਦੇ ਉੱਤੇ ਤਾਪ ਜਿਹੜਾ ਸੀ ਉਹ ਚੜ੍ਹਿਆ ਤੇ ਇਸ ਗੱਲ ਦੀ ਸਾਰਿਆਂ ਨੂੰ ਚਿੰਤਾ ਸੀ। ਮਾਤਾ ਗੰਗਾ ਜੀ ਇਹਨਾਂ ਦਾ ਹਿਰਦਾ ਵੀ ਬੜਾ ਵਿਆਕੁਲ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਿਵਾਰ ਦਾ ਅਤੇ ਸਿੱਖਾਂ ਦਾ ਆਧਾਰ ਆਸਰਾ ਜੜ ਸ਼੍ਰੀ ਹਰਗੋਬਿੰਦ ਸਾਹਿਬ ਜੀ ਹਨ, ਇਹਨਾਂ ਦੀ ਖੁਸ਼ੀ ਦੀ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਦੇ ਹਿਰਦਿਆਂ ਦੀ ਹਾਲਤ ਦੇਖੀ ਹੈ। ਆਪਣੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਤਿੰਨਾਂ ਦੀ ਹਾਲਤ ਤੱਕੀ ਅਤੇ ਮਹਾਰਾਜ ਜੀ ਨੇ ਆਪਣਾ ਮਿਹਰ ਭਰਿਆ ਹੱਥ ਸਤਨਾਮ ਦਾ ਜਾਪ ਕਰਕੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਰੱਖਿਆ ਹੈ। ਜਿੱਥੇ ਪ੍ਰਤੱਖ ਹਰੀ ਦਾ ਆਪਣਾ ਹੱਥ ਹੋਵੇ ਉੱਥੇ ਕਿਸੇ ਤਰ੍ਹਾਂ ਦਾ ਰੋਗ ਜਿਹੜਾ ਹੈ ਉਹ ਨਹੀਂ ਰਹਿ ਜਾਂਦਾ। ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਪਰਮਾਤਮਾ ਦੇ ਨਾਮ ਦੀਆਂ ਪੂਰੇ ਗੁਰੂ ਦੀ ਕਿਰਪਾ ਦੀਆਂ ਦਸੀਆਂ ਨੇ। ਸਿੱਖ ਸੰਗਤਾਂ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਵੱਲ ਤੱਕਿਆ ਅਤੇ ਸਰੀਰ ਨਵਾਂ ਨਰੂਆ ਦੇਖਿਆ। ਇਹ ਦੇਖ ਕੇ ਸਾਰੇ ਪ੍ਰਸੰਨ ਸਨ ਅਤੇ ਗੁਰੂ ਸਾਹਿਬ ਦੇ ਅੱਗੇ ਬੇਨਤੀਆਂ ਕਰਦੇ ਨੇ, ਮਹਾਰਾਜ
ਇਹ ਸਾਰੇ ਰੋਗ, ਸਾਰੇ ਦੁੱਖ, ਇਹ ਸਾਰਾ ਕੁਝ ਆਪ ਜੀ ਦੇ ਅਧੀਨ ਹੀ ਹੈ। ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ, ਉਹਨੂੰ ਰੋਗਾਂ ਤੋਂ ਨਿਵਰਤੀ ਦਿੰਦੇ ਹੋ। ਤੇ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਮ ਦੀ, ਸਿਮਰਨ ਦੀ, ਪ੍ਰਮਾਤਮਾ ਦੀ ਮਹਿਮਾ ਜਿਹੜੀ ਸੀ ਉਹ ਬਿਆਨ ਕੀਤੀ ਹੈ ਕਿ ਜਿਹੜਾ ਸਿਮਰਨ ਕਰਦਾ ਹੈ, ਪ੍ਰਮਾਤਮਾ ਵਾਹਿਗੁਰੂ ਜੀ ਦਾ ਓਟ ਆਸਰਾ ਤੱਕਦਾ ਹੈ, ਉਹ ਸਦਾ ਹੀ ਜੀਵਨ ਵਿੱਚ ਸੁਖੀ ਰਹਿੰਦਾ ਹੈ। ਸੋਰਠ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤੇ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੂਆ। ਇਸੇ ਤਰ੍ਹਾਂ ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਪ੍ਰਭ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਤੇ ਆਈ। ਇਸੇ ਤਰ੍ਹਾਂ ਪਾਵਨ ਸ਼ਬਦ ਉਚਾਰਨ ਕੀਤਾ ਹੈ ਸਤਿਗੁਰੂ ਜੀ ਨੇ, ਠਾੜ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਹੋਰ ਵੀ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਨ ਕੀਤੇ ਨੇ, ਜਿਹੜੇ ਆਪਾਂ ਬਿਲਾਵਲ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ। ਕਵੀ ਜੀ ਕਹਿੰਦੇ, ਬਾਣੀ ਪੜ੍ਹਨ ਵਾਲੀਆਂ ਸੰਗਤਾਂ ਜਾਣਦੀਆਂ ਨੇ ਕਿ ਸਤਿਗੁਰੂ ਜੀ ਨੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਨੇ। ਜੇ ਕਿਤੇ ਕੋਈ ਦੁੱਖ ਦੀ ਘੜੀ ਆ ਜਾਵੇ ਤੇ ਪਾਵਨ ਸ਼ਬਦਾਂ ਦਾ ਜਾਪ ਕਰੀਏ, ਭਾਵਨਾ ਤੇ ਸ਼ਰਧਾ ਰੱਖ ਕੇ, ਵੱਡੇ ਤੋਂ ਵੱਡਾ ਦੁੱਖ ਸੰਕਟ ਵੀ ਜਿਹੜਾ ਉਹ ਟਲ ਜਾਂਦਾ ਹੈ। ਇਹ ਪਾਵਨ ਸ਼ਬਦ ਦੇ ਅੰਦਰ ਨਾਮ ਦੀ, ਪ੍ਰਮਾਤਮਾ ਦੇ ਚਰਨਾਂ ਦੀ ਟੇਕ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ ਹੈ। ਮਹਾਰਾਜ ਜੀ ਨੇ ਆਪ ਸੰਗਤ ਜੀ ਕਿਸੇ ਤਰ੍ਹਾਂ ਦਾ ਸਮਾਂ ਆਇਆ ਜਿੱਥੇ ਆਪ ਪ੍ਰਭੂ ਦੀ ਸ਼ਰਨ ਦੀ ਗੱਲ ਕੀਤੀ ਹੈ ਕਿ ਸਾਨੂੰ ਸੰਗਤ ਦੀ, ਬਾਣੀ ਦੀ, ਸਿਮਰਨ ਦੀ ਹੀ ਓਟ ਹੈ। ਉੱਥੇ ਸਤਿਗੁਰਾਂ ਨੇ ਸਾਨੂੰ ਜੀਵਨ ਦੇ ਵਿੱਚ ਇਹ ਉਪਦੇਸ਼ ਕਮਾਉਣ ਲਈ ਦਿੱਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੱਡਾ ਭਾਰੀ ਜੱਗ ਕੀਤਾ ਹੈ। ਚਾਰੇ ਵਰਨਾਂ ਦੇ ਲੋਕ ਚੌਹਾਂ ਕੋਨਿਆਂ ਤੋਂ ਚੱਲ ਕੇ ਆਏ ਨੇ ਵੱਡੀ ਤਾਦਾਦ ਵਿੱਚ। ਬੜੀਆਂ ਸੁੰਦਰ ਪੰਗਤਾਂ ਲੱਗੀਆਂ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਇਹਨਾਂ ਨੂੰ ਛਕਵਾਏ ਹਨ। ਫਿਰ ਮਹਾਰਾਜ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਨਾਲ ਲਿਆ। ਪਿਤਾ ਗੁਰੂ ਰਾਮਦਾਸ ਜੀ ਦੇ ਅਸਥਾਨ ਇੱਥੇ ਆ ਕੇ ਅਰਦਾਸ ਕੀਤੀ ਹੈ, ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਹੈ। ਆਪਣੇ ਘਰ ਗੁਰੂ ਕੇ ਮਹਿਲਾਂ ਵਿੱਚ ਗਏ ਨੇ, ਖੁਸ਼ੀਆਂ ਦੇ ਵਾਜੇ ਵੱਜੇ ਨੇ, ਛੋਟੇ ਨਗਾਰੇ, ਸ਼ਹਿਨਾਈਆਂ, ਨਫੀਰੀਆਂ, ਭੱਟ ਗੀਤ ਗਾ ਰਹੇ ਨੇ, ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਲੈ ਰਹੇ ਨੇ। ਬੜਾ ਉਤਸ਼ਾਹ ਸਿੱਖ ਸੰਗਤਾਂ ਨੇ ਮਨਾਇਆ ਹੈ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤੀ ਸੀ। ਆਓ ਗੁਰੂ ਸੰਗਤ ਜੀ, ਜਿਸ ਤਰ੍ਹਾਂ ਕਿ ਸਤਿਗੁਰਾਂ ਦੇ ਜੀਵਨ ਕੌਤਕਾਂ ਦੀ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ, ਇਹ ਅੰਮ੍ਰਿਤ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੀਨਸ ਦਿਓਸ ਬਤੀਤ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਜੀ ਰਹਿ ਰਹੇ ਨੇ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦਾ ਸ਼ੁਭ ਉਪਦੇਸ਼ ਜਿਹੜਾ ਹੈ ਉਹ ਲੈ ਕੇ ਆਪਣੇ ਘਰਾਂ ਨੂੰ ਜਾਂਦੀਆਂ ਨੇ। ਜਿਹੜੇ ਗ੍ਰਸਤੀ ਸਿੱਖ ਨੇ ਉਹਨਾਂ ਬਚਨਾਂ ਦੀ ਕਮਾਈ ਕਰਕੇ ਮੁਕਤੀ ਕਲਿਆਣ ਦੇ ਯੋਗ ਹੁੰਦੇ ਨੇ, ਅਤੇ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਪਾਸ ਆ ਕੇ ਸੇਵਾ ਵਿੱਚ ਸਿੱਖ ਹਾਜ਼ਰ ਹੁੰਦੇ ਨੇ, ਉਹ ਸੇਵਾ ਕਰਕੇ ਤਨ ਮਨ ਦਾ ਆਨੰਦ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਿਨ ਬਤੀਤ ਕਰ ਰਹੇ ਹਨ। ਨੰਦਨ ਹਰ ਗੋਬਿੰਦ ਜੀ, ਤਨ ਬਿਲੰਦ ਮੁਦ ਚੀਤ। ਸਤਿਗੁਰੂ ਜੀ ਦੇ ਸੁਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਜਿਹੜੇ ਸਰੀਰ ਕਰਕੇ ਵੱਧ ਰਹੇ ਹਨ ਤੇ ਆਪਣੇ ਪੁੱਤਰ ਦੇ ਸਰੀਰ ਨੂੰ ਦੇਖ ਕਰਕੇ ਸੁਖੀ ਮਾਤਾ ਗੰਗਾ ਜੀ, ਸਾਰਾ ਪਰਿਵਾਰ ਬੜਾ ਪ੍ਰਸੰਨ ਹੁੰਦਾ ਹੈ। ਹਾਕਲ ਸੰਦ ਪ੍ਰੈ ਪੁੱਤਰ ਬਿਲੋਕ ਵਿਚਾਰੈ। ਪਿਆਰੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਦੇਖ ਕੇ
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰ ਕੀਤੀ ਹੈ। ਸ੍ਰੀ ਅਰਜਨ ਇਮ ਉਰ ਧਾਰੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਤਰ੍ਹਾਂ ਹਿਰਦੇ ਵਿੱਚ ਵਿਚਾਰਿਆ ਚਟਸਾਲ ਵਿਸਾਲ ਬਿਠਾਵੈ। ਕਿ ਹੁਣ ਪੁੱਤਰ ਨੂੰ ਚਟਸਾਲ ਨਾਮ ਹੈ ਪਾਠਸ਼ਾਲਾ ਦਾ। ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਹਾਂ ਕਿ ਜਦੋਂ ਬੱਚਾ ਵੱਡਾ ਹੋਵੇ, ਪੜ੍ਹਨ ਲਾਇਕ ਹੋ ਜਾਵੇ, ਤੇ ਉਹਨੂੰ ਸਕੂਲੀ ਵਿੱਦਿਆ ਜਿਹੜੀ ਹੈ ਉਹ ਆਪਾਂ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਪਾਉਂਦੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦੇਖਿਆ, ਭਾਵੇਂ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 6ਵੇਂ ਥਾਂ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਹੈ, ਉਹਨਾਂ ਨੇ ਇਹ ਡਿਊਟੀਆਂ ਧੁਰ ਦਰਗਾਹ ਤੋਂ ਲੱਗੀਆਂ ਨੇ, ਪਰ ਫਿਰ ਵੀ ਸਤਿਗੁਰੂ ਜੀ ਨੇ ਮਨੁੱਖਾ ਦੇ ਹੀ ਧਾਰਨ ਕਰਕੇ ਸੰਸਾਰ 'ਚ ਆਏ ਨੇ। ਆਮ ਮਨੁੱਖਾਂ ਵਾਂਗੂ ਸਵਾਂਗ ਵੀ ਰਚਦੇ ਹਨ, ਦਿਖਾਉਂਦੇ ਹਨ ਕਿ ਪੜ੍ਹਨ ਦੀ ਲੋੜ ਹੈ, ਪਰ ਆਪ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨਹਾਰ। ਆਪ ਪੜ੍ਹੇ ਹੋਏ, ਕਿਉਂਕਿ ਗੁਰੂ ਤਾਂ ਆਪ ਸਮਰੱਥ ਹੈ, ਦੂਜਿਆਂ ਨੂੰ ਪੜ੍ਹਾਉਣ ਵਾਸਤੇ ਆਏ ਨੇ। ਆਪ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨਹਾਰ। ਜਿਸ ਤਰ੍ਹਾਂ ਹਰਦਿਆਲ ਨੇ ਪ੍ਰੋਹਿਤ ਨੇ ਕਿਹਾ ਸੀ, ਜਿਸ ਤਰ੍ਹਾਂ ਜਿਸ ਪ੍ਰੋਹਿਤ ਪਾਸ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਨ ਵਾਸਤੇ ਪਾਇਆ ਸੀ, ਉਹਦੇ ਬੋਲ ਸਨ ਬਾਬਾ ਪਿਤਾ ਕਲਿਆਣ ਚੰਦ ਜੀ ਪ੍ਰਤੀ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਦੂਜਿਆਂ ਨੂੰ ਪੜ੍ਹਾਉਣ ਵਾਸਤੇ ਆਏ ਨੇ। ਏੜ ਨ ਪੜ੍ਹਨੇ ਕੇ ਪਰੋ ਨਾ ਖਿਆਲਾ, ਇਹ ਕਰਤਾ ਜੋ ਵਿਦਿਆ ਜਲ। ਇਹ ਤਾਂ ਜਿਹੜੀ ਤਮਾਮ ਦੁਨੀਆ ਦੀ ਵਿਦਿਆ ਹੈ ਨਾ, ਉਹਨੂੰ ਰਚਣ ਵਾਲੇ ਨੇ, ਉਹਦੇ ਰਚੈਤਾ ਹਨ। ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗ੍ਰਸਤੀਆਂ ਵਾਲਾ ਜੀਵਨ ਸੰਗਤ ਜੀ ਬਤੀਤ ਕੀਤਾ। ਸਤਿਗੁਰੂ ਜੀ ਦੇ ਗ੍ਰਹਿ ਦੇ ਵਿੱਚ ਘਰ ਪੁੱਤਰ ਹੈ, ਤੇ ਸਾਨੂੰ ਸ਼ੁਭ ਸਿੱਖਿਆ ਦੇਣ ਵਾਸਤੇ ਕਿ ਜਦੋਂ ਪੁੱਤਰ ਬੱਚਾ ਪੜ੍ਹਨ ਲਾਇਕ ਹੋ ਜਾਵੇ ਤੇ ਉਹਨੂੰ ਪੜ੍ਹਾਉਣ ਵਾਲਾ ਉਸਤਾਦ ਉਹਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕਿਉਂਕਿ ਜਿੱਥੇ ਬੱਚਾ ਆਪਣੇ ਮਾਂ-ਬਾਪ ਪਾਸੋਂ ਗੁਣ ਗ੍ਰਹਿਣ ਕਰਦਾ ਹੈ, ਉਸ ਤੋਂ ਵੱਧ ਉਹ ਆਪਣੇ ਉਸਤਾਦ ਪਾਸੋਂ, ਆਪਣੇ ਗੁਰੂ ਪਾਸੋਂ ਜਿਹੜੀ ਵਿੱਦਿਆ ਹੈ ਉਹ ਪ੍ਰਾਪਤ ਕਰਦਾ ਹੈ। ਉਹਦੇ ਕੋਲੋਂ ਗੁਣਾਂ ਦਾ ਜਿਹੜਾ ਹੈ ਉਹ ਧਾਰਨੀ ਹੁੰਦਾ ਹੈ। ਇਸ ਲਈ ਪੜ੍ਹਾਉਣ ਵਾਲਾ ਕਿਸ ਤਰ੍ਹਾਂ ਦਾ ਹੋਵੇ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਇਸ ਅਧਿਆਇ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰਿਆ ਹੈ ਕਿ ਹੁਣ ਇਹਨਾਂ ਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਾਉਣ ਵਾਸਤੇ ਅਸੀਂ ਪਾਵਾਂਗੇ। ਤਹ ਬੈਠਤ ਵਿਦਿਆ ਪਾਵੈ, ਉਸ ਪਾਠਸ਼ਾਲਾ ਦੇ ਵਿੱਚ ਬਹਿ ਕੇ ਵਿਦਿਆ ਪ੍ਰਾਪਤ ਕਰਨਗੇ। ਕਿਸ ਥਾਨ ਪਠੈ ਸੋ ਵਿਚਾਰੀ, ਪਰ ਹੁਣ ਚਿੱਤ ਵਿੱਚ ਵਿਚਾਰਿਆ ਹੈ ਕਿ ਇਹਨਾਂ ਨੂੰ ਕਿਸ ਥਾਂ ਪੜ੍ਹਨ ਵਾਸਤੇ ਪਾਈਏ, ਕਿਹੜਾ ਸਕੂਲ ਹੋਵੇ, ਕਿਹੜਾ ਉਸਤਾਦ ਹੋਵੇ, ਕਿਹੜਾ ਮਾਸਟਰ ਇਹਨਾਂ ਨੂੰ ਵਿਦਿਆ ਪੜ੍ਹਾਵੇ। ਇਹ ਵੱਡੇ ਭਾਰੀ ਗੁਰੂ ਹੋਣਗੇ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ ਹਨ। ਇਹਨਾਂ ਨੂੰ ਹੁਣ ਵਿਦਿਆ ਜਿਹੜੀ ਹੈ ਉਹ ਬਖਸ਼ਿਸ਼ ਕਰਨੀ ਹੈ। ਇਹ ਕਿੰਨਾ ਪਾਸੋਂ ਦਵਾਈਏ, ਹੁਣ ਮਨ ਮੈਂ ਵੈਸੇ ਧਾਰੀ। ਫਿਰ ਸਤਿਗੁਰੂ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਿਆ ਹੈ, ਜੋ ਹਮਰੋ ਭਰਾਤ ਵਡੇਰੂ, ਕਿ ਸਾਡੇ ਘਰ ਵਿੱਚੋਂ, ਪਰਿਵਾਰ ਵਿੱਚੋਂ ਸਾਡੇ ਵੱਡੇ ਹਨ ਬਾਬਾ ਮਹਾਦੇਵ ਜੀ। ਇੱਥੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿੰਨਾ ਅਦਬ, ਕਿੰਨਾ ਸਤਿਕਾਰ ਰੱਖਦੇ ਨੇ। ਭਾਵੇਂ ਬਾਬਾ ਪ੍ਰਿਥੀ ਚੰਦ ਸਨ, ਪਿੱਛੇ ਆਪਾਂ ਇਤਿਹਾਸ ਵਿੱਚ ਸਰਵਣ ਕੀਤਾ ਹੈ ਕਿ ਉਹਨਾਂ ਦਾ ਵੀ ਕਿੰਨਾ ਸਤਿਕਾਰ ਰੱਖਿਆ, ਕਿ ਸਾਡਾ ਵੱਡਾ ਭਰਾ ਹੈ, ਹਮੇਸ਼ਾ ਉਹਨਾਂ ਪਾਸ ਜਾ ਕੇ ਉਹਨਾਂ ਨੂੰ ਨਮਸਕਾਰ ਕਰਨੀ, ਕੋਈ ਕਾਰਜ ਆਰੰਭਣਾ ਤੇ ਉਹਨਾਂ ਪਾਸੋਂ ਪੁੱਛਣਾ। ਪਰ ਬਾਬੇ ਪ੍ਰਿਥੀ ਚੰਦ ਪਾਸੋਂ ਇਹ ਸਤਿਕਾਰ ਜਿਹੜਾ ਸੀ ਉਹ ਬਰਦਾਸ਼ਤ ਨਾ ਹੋਇਆ, ਕਿਉਂਕਿ ਕਈਆਂ ਦਾ ਸੁਭਾਅ ਹੁੰਦਾ ਹੈ ਕਿ ਕੋਈ ਮਾਣ ਸਤਿਕਾਰ ਦਵੇ ਤੇ ਮਨ ਵਿੱਚ ਹਉਮੈ ਵਿੱਚ ਆ ਕੇ ਫੁੱਲ ਜਾਣਾ, ਤੇ ਕਈ ਵਾਰੀ ਸੋਚਣ ਲੱਗ ਪੈਣਾ ਕਿ ਡਰਦਾ ਹੀ ਮੇਰੇ ਅੱਗੇ ਝੁਕੀ ਜਾਂਦਾ ਹੈ। ਪਰ ਜਿਹੜੇ ਗਿਆਨਵਾਨ ਹੁੰਦੇ ਨੇ, ਜੇ ਕੋਈ ਉਹਨਾਂ ਨੂੰ ਅਦਬ ਸਤਿਕਾਰ ਦਵੇ ਤੇ ਫਿਰ ਉਹ ਅਦਬ ਸਤਿਕਾਰ ਲੈਣ ਦੇ ਯੋਗ ਵੀ ਹੁੰਦੇ ਨੇ। ਜਿਸ ਤਰ੍ਹਾਂ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਡੇ ਭਰਾ ਨੇ, ਤੇ ਗੁਰੂ ਸਾਹਿਬ ਜੀ ਨੇ ਵਿਚਾਰਿਆ ਕਿ ਆਪਾਂ, ਕਿਉਂਕਿ ਘਰ ਵਿੱਚੋਂ ਜਦੋਂ ਕੋਈ ਕੰਮ ਕਰੀਦਾ ਹੈ, ਜੇ ਪਰਿਵਾਰ ਵਿੱਚ ਆਪਸੀ ਬਾਣ ਆਉਂਦੀ ਹੋਵੇ, ਜੇ ਘਰ ਵਿੱਚ ਸਿਆਣਪ ਹੋਵੇ, ਸਾਰੇ ਇੱਕ ਦੂਜੇ ਦਾ ਸੋਚਦੇ ਹੋਣ, ਤੇ ਫਿਰ ਘਰ ਵਿੱਚੋਂ ਵੱਡਾ ਕੋਈ ਸਾਡੇ ਬਜ਼ੁਰਗ ਹੋਣ ਜਾਂ ਵੱਡਾ ਭਰਾ ਹੋਵੇ ਤੇ ਉਹਦੀ ਸਲਾਹ ਲੈ ਕੇ ਚੱਲੀ ਦੀ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਰਿਆਦਾ ਪੁਰਸ਼ੋਤਮ ਹਨ, ਸਾਨੂੰ ਮਰਿਆਦਾ ਵੀ ਦੱਸਦੇ ਕਿ ਘਰ ਵਿੱਚ ਵੱਡਿਆਂ ਦਾ ਅਦਬ ਸਤਿਕਾਰ ਕਿਸ ਤਰ੍ਹਾਂ ਰੱਖੀਦਾ ਹੈ। ਤੇ ਗੁਰਦੇਵ ਨੇ ਵਿਚਾਰਿਆ ਕਿ ਬਾਬਾ ਮਹਾਦੇਵ ਜੀ ਵੱਡੇ ਹਨ, ਉਰ ਸਰਲ ਸੁਸ਼ੀਲ ਕਨੇਰੂ, ਨਾਲੇ ਉਹਨਾਂ ਦਾ ਹਿਰਦਾ ਬਹੁਤ ਸਰਲ ਹੈ, ਸਰਲ ਸਿੱਧਾ ਹੈ। ਸਿੱਧਾ ਇਹ ਨਹੀਂ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਸੀ। ਇਉਂ ਕਈ ਵਾਰ ਆਪਾਂ ਸੁਣ ਕੇ ਇਹ ਸੋਚੀਏ ਕਿ ਉਹ ਸ਼ਾਇਦ ਸਿੱਧੇ ਸਾਦੇ ਸੁਭਾਅ ਦੇ ਸਨ। ਸਿੱਧੇ ਤੋਂ ਭਾਵ ਹੁੰਦਾ ਹੈ ਕਿ ਆਪਣੇ ਫਰਜ਼ ਨਿਭਾਉਣੇ ਤੇ ਦੂਜਿਆਂ ਦੇ ਕੰਮਾਂ ਦੇ ਵਿੱਚ
ਬਹੁਤੀ ਜਿਹੜੀ ਆ ਉਹ ਦਖਲਅੰਦਾਜ਼ੀ ਨਾ ਦੇਣੀ। ਇਹ ਫਿਰ ਸਿੱਧੇ ਦਾ ਭਾਵ ਇਹ ਵੀ ਹੈ ਕਿ ਸਰਲ ਹਿਰਦੇ ਵਾਲੇ, ਸਿੱਧੇ ਹਿਰਦੇ ਵਾਲੇ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਨਾ, ਭਗਤ ਧੰਨਾ ਜੀ ਦੇ ਪਰਥਾਏ ਭੋਲਾ ਭਾਉ ਗੋਬਿੰਦ ਮਿਲਾਵੇ। ਪ੍ਰੇਮਾ ਭਗਤੀ ਵਾਲੇ ਹਿਰਦੇ ਵਿੱਚ ਪ੍ਰੇਮ ਰੱਖਣਾ, ਸਾਰਿਆਂ ਪ੍ਰਤੀ ਕੋਈ ਈਰਖਾ ਦਵੈਸ਼ ਨਾ ਰੱਖਣੀ, ਕਿਸੇ ਪ੍ਰਤੀ ਕੋਈ ਕਿਸੇ ਦਾ ਬੁਰਾ ਨਾ ਸੋਚਣਾ। ਇਸ ਤਰ੍ਹਾਂ ਦਾ ਬਾਬਾ ਮਹਾਦੇਵ ਜੀ ਦਾ ਸਿੱਧਾ ਸਰਲ ਸੁਭਾਅ ਸੀ। ਇਹ ਗੁਰੂ ਸਾਹਿਬ ਜੀ ਨੇ ਵਿਚਾਰਿਆ ਹੈ। ਸ਼ੁਭ ਨਾਮ ਦੇਵ ਮਹਾਦੇਵ ਜਿਸ ਨਾਮੋ, ਬਾਬਾ ਮਹਾਦੇਵ ਜਿਨ੍ਹਾਂ ਦਾ ਸੋਹਣਾ ਨਾਮ ਹੈ। ਚਲ ਗਏ ਤਿਸੀ ਕੇ ਧਾਮੂ, ਇਹਨਾਂ ਦੇ ਘਰ ਨੇੜੇ ਇਹਨਾਂ ਦਾ ਨਿਵਾਸ ਸਥਾਨ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਇਹਨਾਂ ਦੇ ਕੋਲ ਗਏ ਹਨ। ਕਰ ਬੰਧਨ ਸਾਦਰ ਬੈਸੀ, ਬੜੇ ਸਤਿਕਾਰ ਦੇ ਨਾਲ ਵੱਡੇ ਭਰਾ ਹੋਣ ਦਾ ਮਾਣ ਦਿੱਤਾ, ਨਮਸਕਾਰ ਕੀਤੀ ਹੈ, ਕੋਲ ਬੈਠ ਗਏ ਹਨ। ਬਲਦੇਵ ਅਗਰ ਹਰ ਜੈਸੀ, ਇਸ ਤਰ੍ਹਾਂ ਗਏ ਨੇ। ਕਵੀ ਜੀ ਦ੍ਰਿਸ਼ਟਾਂਤ ਦਿੰਦੇ ਨੇ, ਜਿਸ ਤਰ੍ਹਾਂ ਬਲਦੇਵ ਵੱਡਾ ਭਰਾ ਸੀ ਤੇ ਉਹਦੇ ਪਾਸ ਚੱਲ ਕੇ ਸ਼੍ਰੀ ਕ੍ਰਿਸ਼ਨ ਜੀ ਬਲਰਾਮ ਦੇ ਪਾਸ ਗਏ ਹੋਣ। ਬਿਰਧ ਬਨੈਸ ਪ੍ਰੇਮ ਬਖਾਨੇ, ਬੜੇ ਪ੍ਰੇਮ ਦੇ ਸਹਿਤ ਬਾਬਾ ਮਹਾਦੇਵ ਨੂੰ ਸਤਿਕਾਰ ਦਿੱਤਾ ਹੈ, ਬੇਨਤੀ ਕੀਤੀ ਹੈ। ਤੁਮ ਭਰਾਤਾ ਇਹੋ ਮਹਾਨੇ, ਐ ਭਰਾ ਜੀ ਤੁਸੀਂ ਘਰ ਵਿੱਚ ਵੱਡੇ ਹੋ ਤੇ ਤੁਸੀਂ ਮਹਾਨ ਹੋ। ਸਮ ਪਿਤਾ ਸਦੀਵ ਹਮਾਰੀ, ਤੇ ਸਾਡੇ ਲਈ ਤਾਂ ਸਾਡੇ ਪਿਤਾ ਦੇ ਸਮਾਨ ਹੋ। ਸਿਆਣਿਆਂ ਦਾ ਇਹ ਕਹਿਣਾ ਹੈ ਕਿ ਵੱਡਾ ਭਰਾ ਪਿਤਾ ਦੇ ਸਮਾਨ ਹੁੰਦਾ ਹੈ। ਜਿਸ ਤਰ੍ਹਾਂ ਪਿਤਾ ਆਪਣੇ ਫਰਜ਼ ਨਿਭਾਉਂਦਾ ਹੈ, ਉਸ ਤਰ੍ਹਾਂ ਵੱਡਾ ਭਰਾ ਜਿਹੜਾ ਹੈ ਘਰ ਵਿੱਚ ਆਪਣੇ ਫਰਜ਼ ਨਿਭਾਉਂਦਾ ਹੈ। ਜੇ ਸਿਆਣਾ ਹੋਵੇ ਤੇ ਜਿੱਥੇ ਆਪਣੇ ਬੱਚਿਆਂ ਦਾ ਸੋਚਣਾ, ਉੱਥੇ ਛੋਟਿਆਂ ਦਾ ਵੀ ਸੋਚਣਾ। ਛੋਟੇ ਭੈਣ ਭਰਾ ਹੋਣ, ਉਹਨਾਂ ਦਾ ਖਿਆਲ ਰੱਖਣਾ, ਇਹ ਵੱਡੇ ਦਾ ਫਰਜ਼ ਹੁੰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਸਾਡੇ ਵੱਡੇ ਭਰਾ ਹੋ ਤੇ ਪਿਤਾ ਦੇ ਸਮਾਨ ਹੋ। ਗੁਣ ਅਵਗਣ ਕੋ ਨਾ ਚਿਤਾਰੀ, ਅਸੀਂ ਭਰਾ ਜੀ ਛੋਟੇ ਆ ਨਾ, ਤੇ ਛੋਟਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ, ਤੇ ਜਿਹੜੇ ਵੱਡੇ ਹੁੰਦੇ ਨੇ ਉਹ ਛੋਟਿਆਂ ਦੀ ਗੁਣ ਅਵਗਣਾਂ ਦੀ ਵਿਚਾਰ ਨਹੀਂ ਕਰਦੇ। ਹਰ ਗੋਬਿੰਦ ਦਾਸ ਤੁਮਾਰਾ, ਤੇ ਸ਼੍ਰੀ ਹਰਗੋਬਿੰਦ ਇਹ ਤੁਹਾਡੇ ਦਾਸ ਨੇ, ਤੁਹਾਡੇ ਸੇਵਕ ਨੇ, ਕਿਉਂਕਿ ਮੈਂ ਛੋਟਾ ਤੇ ਸਾਡਾ ਪੁੱਤਰ ਹੈ ਤੇ ਉਹ ਤੁਹਾਡਾ ਆਪਣਾ ਸੇਵਕ ਹੈ। ਗਨ ਬਿਗਨ ਬਿਦਾਰ ਉਬਾਰਾ, ਵੱਡੇ ਵੱਡੇ ਵਿਗਨਾਂ ਤੋਂ ਤੁਸੀਂ ਉਹਨੂੰ ਬਚਾਇਆ ਹੈ। ਅਬ ਲਾਇਕ ਪਠਬੇ ਸੋ, ਹੁਣ ਪੁੱਤਰ ਹਰਗੋਬਿੰਦ ਇਹ ਪੜਨ ਦੇ ਲਾਇਕ ਹੋਏ ਹਨ, ਪੜਨ ਦੇ ਯੋਗ ਹੋਏ ਹਨ। ਜੋ ਵਿਦਿਆਲੇ ਵਹਿ ਕੋ, ਤੇ ਜੇ ਕਿਸੇ ਪਾਸੋਂ ਸੋਹਣੀ ਵਿਦਿਆ ਪ੍ਰਾਪਤ ਕਰ ਸਕਣ, ਤੁਮੇ ਆਪ ਦੇਹੋ ਫਰਮਾਈ। ਤੇ ਭਰਾ ਜੀ ਤੁਸੀਂ ਹੁਣ ਆਪ ਦੱਸੋ, ਆਪ ਫਰਮਾਵੋ ਕਿ ਇਹਨਾਂ ਨੂੰ ਜਿਹੜੀ ਵਿਦਿਆ ਹੈ ਉਹ ਕਿੰਨਾ ਪਾਸੋਂ ਆਪਾਂ ਦਵਾਉਣੀ ਹੈ। ਇਤ ਵਿਦਿਆ ਜਹਾਂ ਪਠਾਈ, ਜਿੱਥੇ ਇਹਨਾਂ ਨੂੰ ਆਪਾਂ ਵਿਦਿਆ ਪੜ੍ਹਾਈਏ, ਪੜ੍ਹਨੇ ਪਾਈਏ, ਤੁਸੀਂ ਦੱਸੋ ਕਿ ਕਿੰਨਾ ਕੋਲ ਇਹਨਾਂ ਨੂੰ ਵਿਦਿਆ ਪੜ੍ਹਾਈਏ। ਸੋ ਮਹਾਦੇਵ ਮਤ ਦੀਹਾ, ਬਾਬਾ ਮਹਾਦੇਵ ਜੀ ਜਿਨ੍ਹਾਂ ਦੀ ਮਤ ਦੀਹਾ, ਦੀਹਾ ਹੁੰਦਾ ਵੱਡੀ ਹੈ, ਸੁਭਾਅ ਦੇ ਸਰਲ ਹਨ, ਹਿਰਦੇ ਦੇ ਸਿੱਧੇ ਨੇ, ਮਤ ਵੱਡੀ। ਨਹੀਂ ਤਾਂ ਮਤ ਛੋਟੀ ਹੋਵੇ ਤੇ ਸੁਭਾਅ ਜਿਹੜਾ ਬੜਾ ਕਠੋਰ ਹੁੰਦਾ ਹੈ, ਬੜਾ ਕ੍ਰੋਧੀ ਹੁੰਦਾ ਹੈ, ਕੇਵਲ ਆਪਣਾ ਹੀ ਸੋਚਣਾ ਤੇ ਦੂਜੇ ਦਾ ਸੋਚਣਾ ਹੀ ਕੁਝ ਨਾ। ਜੋ ਕੁਝ ਮਿਲੇ ਉਹ ਮੈਨੂੰ ਮਿਲੇ, ਦੂਜਾ ਕੁਝ ਲੈ ਹੀ ਨਾ ਜਾਵੇ। ਤੇ ਬਾਬਾ ਮਹਾਦੇਵ ਇਹਨਾਂ ਦੀ ਹਿਰਦਾ ਸੁਭਾਅ ਸਰਲ ਹੈ, ਪਰ ਮੱਤ ਇਹਨਾਂ ਦੀ ਬਹੁਤ ਉੱਚੀ ਹੈ। ਤੇ ਜਿਨ੍ਹਾਂ ਦੀ ਮੱਤ ਉੱਚੀ ਹੁੰਦੀ ਹੈ, ਮੱਤ ਇਹ ਉੱਚੀ ਨਹੀਂ, ਮੱਤ ਇਹ ਵੱਡੀ ਨਹੀਂ ਕਿ ਕਿਸੇ ਦਾ ਅਸੀਂ ਪੈਸਾ ਖੋ ਕੇ ਘਰੇ ਕਿੱਦਾਂ ਲਿਆ ਸਕਦੇ। ਮੱਤ ਉਹਨਾਂ ਦੀ ਵੱਡੀ ਕਿ ਜਿਹੜੇ ਪਰਿਵਾਰ ਨੂੰ ਰਲਾ ਕੇ ਕਿਸ ਤਰ੍ਹਾਂ ਚੱਲਦੇ ਹਨ, ਨਾਲ ਲੈ ਕੇ ਛੋਟਿਆਂ ਨੂੰ ਵੀ। ਜੋ ਸਾਡੇ ਵੱਲ ਆਪਾਂ ਕਰ ਰਹੇ ਹਾਂ, ਛੋਟਿਆਂ ਨੇ ਤਾਂ ਉਹਨਾਂ 'ਤੇ ਪਹਿਰਾ ਦੇਣਾ ਹੈ, ਬੱਚਿਆਂ ਨੇ ਵੀ ਉਸੇ ਤਰ੍ਹਾਂ ਆਪਣਾ ਸੁਭਾਅ ਬਣਾ ਲੈਣਾ। ਤੇ ਜੇ ਘਰ ਦੇ ਵਿੱਚ ਆਪਾਂ ਸਾਰਿਆਂ ਨੂੰ ਜੋੜ ਕੇ ਰੱਖਿਆ, ਪ੍ਰੇਮ ਦੇ ਨਾਲ ਰਹਿ ਰਹੇ ਹਾਂ, ਇਹਨੂੰ ਕਹਿੰਦੇ ਨੇ ਵੱਡੀ ਮੱਤ। ਤੇ ਬਾਬਾ ਮਹਾਦੇਵ ਜੀ ਵੱਡੀ ਮੱਤ ਵਾਲੇ, ਉੱਚੀ ਮੱਤ ਵਾਲੇ ਹਨ। ਕਹਿ ਕਰੋ ਨਾ ਅਨਤ ਈਹਾ, ਤੇ ਬਾਬਾ ਮਹਾਦੇਵ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸੁਣ ਕੇ ਕਹਿਣ ਲੱਗੇ, ਕਹਿ ਕਰੋ ਨਾ ਅੰਤ ਈਹਾ, ਕਹਿੰਦੇ ਕਿਤੇ ਹੋਰ ਤੁਸੀਂ ਇੱਛਾ ਨਾ ਕਰੋ। ਜਿਨ ਦੀਨਸ ਪੁੱਤਰ ਤੁਮਾਰਾ, ਹੋਰ ਕਿੱਥੋਂ ਪੜਾਉਣਾ ਇਹਨਾਂ ਨੂੰ। ਜਿਨ ਦੀਨਸ ਪੁੱਤਰ ਤੁਮਾਰਾ, ਜਿਨ੍ਹਾਂ ਨੇ ਤੁਹਾਨੂੰ ਪੁੱਤਰ ਦੀ ਦਾਤ ਦਿੱਤੀ ਹੈ। ਤੇ ਕੌਣ ਹਨ? ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ, ਜਿਨ੍ਹਾਂ ਪਾਸ ਮਾਤਾ ਗੰਗਾ ਜੀ ਨੇ ਜਾ ਕੇ ਅਰਦਾਸਾਂ ਕੀਤੀਆਂ ਨੇ। ਸਾਧ ਸੰਗਤ ਕਿਤੇ ਹੋਰ ਨਹੀਂ ਮਿਲਦਾ ਕਿ ਇੱਕ ਸਿੱਖ ਨੂੰ ਗੁਰੂ ਸਾਹਿਬ ਆਪਣੇ ਜਿੰਨਾ ਮਾਣ ਬਖਸ਼ ਦੇਣ। ਗੁਰੂ ਅਰਜਨ ਦੇਵ ਸਾਹਿਬ ਤਾਂ ਸਮਰੱਥ ਦਾਤੇ ਨੇ, ਪਿਤਾ ਜੀ ਸਾਰੇ ਗੁਰੂ ਸਾਹਿਬ ਦੇ ਕੋਲ ਚੱਲ ਕੇ ਆਉਂਦੇ ਨੇ। ਮਹਾਰਾਜ ਪੁੱਤਰਾਂ ਦੇ ਵੀ ਦਾਨੀ, ਪਰ ਬਾਬਾ ਬੁੱਢਾ ਸਾਹਿਬ ਜੀ ਨੂੰ, ਸਿੱਖ ਨੂੰ ਇੰਨਾ ਉੱਚਾ ਚੁੱਕ ਦੇਣਾ, ਜਿੰਨਾ ਗੁਰੂ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਹੈ, ਓਨਾ ਹੀ ਸਿੱਖ ਨੂੰ ਮਾਣ ਬਖਸ਼ ਦੇਣਾ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਹੋ ਸਕਦਾ ਹੈ ਕਿ ਆਮ ਬੁੱਧੀ ਜੀਵਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਕਿਉਂ? ਕਿਉਂਕਿ ਆਪਾਂ
ਉਹ ਸਿੱਖ ਨੂੰ ਵੀ ਆਪਣੇ ਜੀਵਨ ਵਾਂਗੂ ਸੋਚਦੇ ਆ ਕਿ ਸ਼ਾਇਦ ਹੋ ਸਕਦਾ ਉਹਨਾਂ ਦਾ ਜੀਵਨ ਸਾਡੇ ਵਰਗਾ ਹੀ ਹੋਣਾ, ਪਰ ਨਹੀਂ। ਉਹਨਾਂ ਦਾ ਜੀਵਨ ਹੈ ਗੁਰੂ ਰਾਮਦਾਸ ਜੀ ਦੇ ਬਚਨਾਂ ਨੂੰ ਕਮਾਇਆ ਹੈ, ਦਰਸ਼ਨ ਕੀਤੇ ਨੇ ਗੁਰੂ ਦੇਵ ਦੇ। ਗੁਰ ਸਤਿਗੁਰ ਕਾਜੋ ਸਿੱਖ ਖਾਏ, ਜਿਨ੍ਹਾਂ ਬਾਰੇ ਗੁਰਦੇਵ ਕਹਿੰਦੇ ਨੇ, ਜਾਂ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿੰਨੀ ਉੱਚੀ ਮੱਤ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਛੋਟੀ ਉਮਰੇ ਆਪਣੇ ਗਲ ਦੇ ਨਾਲ ਲਾ ਕੇ ਕਿਹਾ ਮੈਂ ਤੇਥੋਂ ਓਹਲੇ ਨਾ ਹੋਸਾਂ। ਉਹਨਾਂ ਦੀ ਇੰਨੀ ਕਮਾਈ। ਤੇ ਜੇ ਗੁਰੂ ਦਸਮ ਪਿਤਾ ਮਹਾਰਾਜ ਜੀ ਨੇ ਖਾਲਸੇ ਨੂੰ ਆਪਣਾ ਸਰੂਪ ਦਿੱਤਾ ਹੈ ਨਾ, ਤੇ ਬੇਅੰਤ ਐਸੇ ਗੁਰਸਿੱਖਾਂ ਦਾ ਜੀਵਨ ਵੀ ਮਿਲਦਾ ਜਿਹਨੂੰ ਸਤਿਗੁਰੂ ਜੀ ਨੇ ਉੱਚਾ ਚੁੱਕ ਕੇ ਆਪਣੇ ਵਰਗਾ ਆਪਣੇ ਸਮਾਨ ਖੜਾ ਕਰ ਦਿੱਤਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਾ ਸ਼ਨਾਹੀ। ਬਾਬਾ ਮਹਾਦੇਵ ਜੀ ਕਹਿੰਦੇ ਨੇ, ਮਹਾਰਾਜ ਹੋਰ ਕਿੱਥੋਂ ਪੜਾਉਣਾ ਜੇ, ਜਿਨ ਦੀਨਸ ਪੁੱਤਰ ਤੁਮਾਰਾ, ਜਿਨ੍ਹਾਂ ਨੇ ਇਹ ਪੁੱਤਰ ਹੋਣ ਦਾ ਵਰ ਦਿੱਤਾ, ਬਚਨ ਕੀਤੇ ਨੇ। ਜਟ ਬੁੱਢਾ ਬੁੱਧ ਉਦਾਰਾ। ਹਾਂ, ਉਹ ਬੁੱਢਾ, ਨਾਮ ਬੁੱਢਾ ਹੈ ਨਾ ਬਾਬਾ ਬੁੱਢਾ ਸਾਹਿਬ ਜੀ, ਤੇ ਜੱਟ ਜ਼ਿਮੀਂਦਾਰ ਹਨ। ਬੁੱਧ ਉਦਾਰਾ, ਉਹ ਉਦਾਰ ਹੁੰਦਾ ਹੈ ਵੱਡਾ, ਵੱਡੀ ਮੱਤ ਵਾਲੇ, ਉੱਚੀ ਮੱਤ ਵਾਲੇ ਨੇ। ਹਰ ਰੋਜ਼ ਆਪਾਂ ਅਰਦਾਸ 'ਚ ਇਹ ਬਚਨ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮੱਤ ਹੀ ਉੱਚੀ। ਤੇ ਸਿੱਖਾਂ ਦੀ ਮੱਤ ਉੱਚੀ ਹੁੰਦੀ ਹੈ। ਤੇ ਇਹਨਾਂ ਬਾਰੇ ਬਾਬਾ ਮਹਾਦੇਵ ਜੀ ਕਹਿੰਦੇ ਨੇ ਕਿ ਬੁੱਧ ਉਦਾਰਾ, ਉੱਚੀ ਮੱਤ ਵਾਲੇ, ਵੱਡੀ ਮੱਤ ਵਾਲੇ ਬਾਬਾ ਬੁੱਢਾ ਸਾਹਿਬ ਜੀ। ਸਮਰੱਥ ਮਹਾ ਜਿਸ ਮਾਹੀ, ਸਮਰੱਥ ਮਹਾ ਜਿਸ ਮਾਹੀ, ਜਿਨ੍ਹਾਂ ਦੇ ਸਮਾਨ ਕੌਣ ਸਮਰੱਥ ਹੈ। ਕਹਿ ਬਾਗ ਅਨਥਾ ਨਾਹੀ, ਜਿਨ੍ਹਾਂ ਦਾ ਕਿਹਾ ਹੋਇਆ ਬਚਨ ਖਾਲੀ ਨਹੀਂ ਜਾਂਦਾ। ਗੁਰੂ ਬਾਣੀ ਦੇ ਪਾਵਨ ਵਾਕ ਹਨ ਕਿ ਇਹ ਜਿਹੜੀ ਧਰਤੀ ਹੈ ਇਹ ਤਾਂ ਚਲਾਈਮਾਨ ਹੋ ਸਕਦੀ, ਅਸਮਾਨ ਤਾਂ ਥੱਲੇ ਆ ਸਕਦਾ ਹੈ, ਪਰ ਬ੍ਰਹਮ ਗਿਆਨੀ ਦਾ ਕੀਤਾ ਹੋਇਆ ਬਚਨ ਕਦੇ ਖਾਲੀ ਨਹੀਂ ਜਾਂਦਾ। ਇੱਕ ਸਾਧ ਬਚਨ ਅਟਲਾਦਾ। ਬਾਬਾ ਮਹਾਦੇਵ ਜੀ ਕਹਿੰਦੇ ਉਹ ਪੂਰਨ ਬ੍ਰਹਮ ਗਿਆਨੀ, ਜਿਨ੍ਹਾਂ ਦਾ ਕੀਤਾ ਬਚਨ ਖਾਲੀ ਨਹੀਂ ਜਾਂਦਾ। ਬੜ ਕਰਾਮਾਤ ਮਹਿ ਪੂਰਾ, ਫਿਰ ਕਰਾਮਾਤ ਵਿੱਚ ਵੀ ਵੱਡੇ ਪੂਰੇ ਹਨ। ਗਨ ਹਤਨ ਬੇਕਾਰ ਨਸੂਰਾ, ਵਿਕਾਰਾਂ ਨੂੰ ਹਤਨ ਨਾਸ਼ ਕਰਨ ਵਿੱਚ ਸੂਰਮੇ ਨੇ। ਸੂਰਮਾ ਕੌਣ ਹੈ? ਰੱਥੀ, ਅਤਰਥੀ, ਮਹਾਰਥੀ। ਇਸੇ ਤਰ੍ਹਾਂ ਜਿਹੜਾ ਆਪਣੇ ਮਨ ਨੂੰ ਜਿੱਤ ਲਵੇ ਉਹ ਹੈ ਸੂਰਮਾ। ਤੇ ਫਿਰ ਜਿਹੜਾ ਆਪਣੇ ਇੰਦਰੀਆਂ ਦੇ ਉੱਤੇ ਕਾਬੂ ਪਾਉਂਦਾ ਹੈ ਉਹ ਵੱਡਾ ਸੂਰਮਾ ਹੈ। ਇਸੇ ਪ੍ਰਕਾਰ ਜਿਹੜਾ ਆਪਣੇ ਆਪ ਨੂੰ ਭੈੜੀ ਸੰਗਤ ਤੋਂ ਬਚਾ ਕੇ ਰੱਖਦਾ ਹੈ ਉਹ ਵੀ ਸੂਰਮਾ ਮੰਨਿਆ। ਪਰ ਸਭ ਤੋਂ ਵੱਡਾ ਸੂਰਮਾ ਜਿਹੜਾ ਆਪਣੇ ਮਨ ਨੂੰ ਵਸ ਵਿੱਚ ਕਰ ਲੈਂਦਾ ਹੈ, ਮਨ ਜੀਤੈ ਜਗ ਜੀਤ। ਵੱਡੇ ਵੱਡੇ ਸੂਰਮਿਆਂ ਨੇ ਵੱਡੇ ਵੱਡੇ ਰਾਜੇ ਆਪਣੇ ਅਧੀਨ ਕੀਤੇ, ਪਰ ਜਦੋਂ ਪਤਾ ਲੱਗਾ ਕਿ ਆਪਣਾ ਮਨ ਹੀ ਆਪਣੇ ਵਸ ਵਿੱਚ ਨਹੀਂ, ਅਖੀਰ ਚਿਖਾ ਬਣਾ ਕੇ ਛੱਡਦੇ ਵੀ ਦੇਖੇ ਕਿ ਮਨ ਵਸ ਵਿੱਚ ਨਹੀਂ ਆਇਆ। ਹੁਣ ਮਨ ਵਸ ਵਿੱਚ ਕਰਨ ਵਾਲਾ ਕੌਣ ਹੈ? ਉਹ ਪੂਰਾ ਗੁਰੂ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀਰੇ। ਤੇ ਫਿਰ ਪੂਰਾ ਗੁਰੂ ਪੰਜਾਂ ਨੂੰ ਮਾਰਨ ਵਾਲਾ, ਤੇ ਪੂਰੇ ਗੁਰੂ ਦਾ ਸਰੂਪ ਗੁਰੂ ਕਾ ਸਿੱਖ ਗੁਰੂ ਨਾਨਕ ਸਾਹਿਬ ਜੀ ਦਾ ਬਾਬਾ ਬੁੱਢਾ ਸਾਹਿਬ ਇੰਦਰਜਿਤ ਜੋਧੇ, ਮਹਾਨ ਸੂਰਬੀਰ, ਬਲੀ ਸੂਰਮੇ ਹਨ। ਇਹਨਾਂ ਪ੍ਰਤੀ ਕਹਿੰਦੇ ਨੇ ਬਾਬਾ ਮਹਾਦੇਵ, ਜਿਨ੍ਹਾਂ ਨੇ ਪੰਜਾਂ ਨੂੰ ਜਿੱਤਿਆ ਤੇ ਵੱਡੇ ਸੂਰਮੇ ਹਨ। ਜਿਸ ਬਿਨਾ ਨ ਕਹੋਂ ਬਿਠਾਵੋ, ਇਹਨਾਂ ਤੋਂ ਬਿਨਾ ਹੋਰ ਕਿੱਥੇ ਪੜਾਉਣ ਵਾਸਤੇ ਪਾਈਏ। ਜਿਮ ਚਾਹੋ ਤਥਾ ਪੜਾਵੋ, ਜਿਸ ਤਰ੍ਹਾਂ ਚਾਹੋ, ਜਿਸ ਤਰ੍ਹਾਂ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਉਹਨਾਂ ਪਾਸੋਂ ਵਿਦਿਆ ਪੜ੍ਹਾ ਲਵੋ। ਸੁਨ ਮਹਾਦੇਵ ਕੀ ਬਾਣੀ, ਮਹਾਦੇਵ ਜੀ ਦੇ ਪਿਆਰੇ ਬੋਲ ਸੁਣ ਕੇ ਸ੍ਰੀ ਅਰਜਨ ਸਾਦਰ ਮਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਸਤਿਕਾਰ ਦੇ ਨਾਲ ਇਹ ਬਚਨ ਵੱਡੇ ਭਰਾ ਦੇ ਮਹਾਦੇਵ ਜੀ ਦੇ ਮੰਨ ਲਏ। ਸਿੱਖ ਪੰਚ ਸਮੀਪ ਹਕਾਰੇ, ਪੰਜ ਸਿੱਖ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਏ ਨੇ। ਸਾਧ ਸੰਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ, ਵਾਰਸ ਹਨ, ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਸਾਰੀਆਂ ਸੰਗਤਾਂ ਗੁਰਦੇਵ ਦੇ ਚਰਨਾਂ 'ਚ ਨਤਮਸਤਕ ਹੁੰਦੀਆਂ ਨੇ। ਪਰ ਇੰਨੇ ਮਰਿਆਦਾ ਪੁਰਸ਼ੋਤਮ ਕੇ ਘਰ ਵਿੱਚ ਵੱਡਾ ਭਰਾ ਹੈ ਬਾਬਾ ਮਹਾਦੇਵ, ਤੇ ਉਹਨੂੰ ਮਾਣ ਕਿੰਨਾ ਦੇ ਰਹੇ ਨੇ, ਸਤਿਕਾਰ ਕਿੰਨਾ ਦਿੰਦੇ। ਜਦੋਂ ਉਹਨਾਂ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਪਾਸ ਇਹਨਾਂ ਨੂੰ ਪੜ੍ਹਾਈਏ ਵਿਦਿਆ, ਤੇ ਫਿਰ ਗੁਰੂ ਸਾਹਿਬ ਨੇ ਬੜੇ ਸਤਿਕਾਰ ਦੇ ਨਾਲ ਵੱਡੇ ਭਰਾ ਦੇ ਬੋਲ ਬਚਨ ਮੰਨ ਲਏ। ਪੰਜਾਂ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਹੈ। ਤਿੰਨ ਸੰਗ ਸੁਭਾਗ ਉਚਾਰੇ, ਉਹਨਾਂ ਪੰਜਾਂ ਸਿੱਖਾਂ ਨੂੰ ਕੋਲ ਬੁਲਾ ਕੇ ਸਤਿਗੁਰੂ ਜੀ ਨੇ ਉਹਨਾਂ ਪ੍ਰਤੀ ਬਚਨ ਕਹੇ ਨੇ। ਜਹ ਬੁੱਢਾ ਸ਼ੁਭ ਮਤ ਬਾਸਾ, ਗੁਰਦੇਵ ਕਹਿੰਦੇ ਨੇ ਜਹ ਬੁੱਢਾ ਸ਼ੁਭ ਮਤ ਵਾਸਾ। ਸ਼ੁਭ ਮਤ ਵਾਲੇ, ਉੱਚੀ ਮਤ ਵਾਲੇ, ਵੱਡੀ ਬੁੱਧੀ ਵਾਲੇ, ਗਿਆਨਵਾਨ ਸੂਰਮੇ ਇੰਦਰੀਜਿਤ ਜੋਧੇ ਬਾਬਾ ਬੁੱਢਾ ਸਾਹਿਬ ਜਿੱਥੇ ਰਹਿੰਦੇ ਹਨ, ਚਲ ਜਾਹੋ ਤਨੋਂ ਕੇ ਪਾਸਾ। ਜਾਓ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਚੱਲ ਕੇ ਕਰ ਜੋਰ ਨਿਹੋਰੋ ਤਾਹੀ। ਸਾਡੇ ਵੱਲੋਂ ਹੱਥ ਜੋੜੋ, ਜਿੱਥੇ ਉਹਨਾਂ ਨੂੰ ਦੇਖੋ ਤੇ ਹੱਥ ਜੋੜ ਕੇ ਬੇਨਤੀ ਕਰੋ। ਕਰ ਨਮੋ ਕਮਲ ਪਗ ਪਾਹੀ, ਉਹਨਾਂ ਦੇ ਜਾ ਕੇ ਨਾ ਚਰਨਾਂ ਦੇ ਉੱਤੇ ਨਮਸਕਾਰ ਕਰੋ। ਕਰ ਨਮੋ ਪਗ ਪਰ ਤਾਹੀ, ਕਰ ਨਮੋ ਕਮਲ ਪਗ ਤਾਹੀ। ਬਾਬਾ ਬੁੱਢਾ ਸਾਹਿਬ
ਜਿਨ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 6 ਮਹਿਲਾਂ ਤੱਕ ਦਰਸ਼ ਨਿਹਾਰੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਵਾਲੇ ਬਾਬਾ ਬੁੱਢਾ ਸਾਹਿਬ, ਪਿਤਾ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਵਾਲੇ ਬਾਬਾ ਬੁੱਢਾ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਬੜਾ ਅਦਬ ਤੇ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ ਆਪਣੇ ਜੀਵਨ ਕਾਲ ਦੌਰਾਨ ਰੱਖਿਆ। ਕਹਿਣ ਲੱਗੇ ਜਾਓ ਪੰਜਾਂ ਸਿੱਖਾਂ ਨੂੰ ਤੇ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਕਮਲਾਂ ਦੇ ਉੱਤੇ ਜਾ ਕੇ ਸਾਡੇ ਵੱਲੋਂ ਨਮਸਕਾਰ ਕਰੋ। ਪੁਨ ਲੀਜੈ ਨਾਮ ਹਮਾਰਾ, ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡਾ ਨਾਂ ਲੈ ਕੇ ਕਹੋ ਤੁਮ ਕੋ ਨਿਜ ਪਾਸ ਹਕਾਰਾ, ਕਿ ਬਾਬਾ ਜੀ ਤੁਹਾਨੂੰ ਅਸੀਂ ਆਪਣੇ ਕੋਲ ਸੱਦਿਆ ਹੈ। ਸਨਮਾਨ ਸਹਿਤ ਲੈ ਆਵੋ, ਬੜੇ ਸਨਮਾਨ ਦੇ ਨਾਲ, ਬੜੇ ਅਦਬ ਤੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡੇ ਕੋਲ ਲਿਆਵੋ। ਅਬ ਤੁਰੰਤ ਹੈ ਚੱਲ ਜਾਵੋ, ਛੇਤੀ ਜਾਓ ਬਾਬਾ ਜੀ ਦੇ ਪਾਸ ਚੱਲ ਕੇ। ਸੁਣ ਸਿੱਖਨ ਸੀਸ ਨਿਵਾਵਾ, ਸਤਿਗੁਰੂ ਜੀ ਦੇ ਬਚਨ ਸੁਣ ਕੇ ਸਿੱਖਾਂ ਨੇ ਉਸੇ ਵੇਲੇ ਮਹਾਰਾਜ ਜੀ ਦੇ ਹੁਕਮ ਦੇ ਅੱਗੇ ਆਪਣਾ ਸਿਰ ਨਵਾਇਆ। ਚੱਲ ਗਏ ਹੋ ਤੋ ਜਿਸ ਥਾਵਾ, ਜਿਸ ਥਾਂ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਨਿਵਾਸ ਰੱਖਿਆ ਸੀ ਉੱਥੇ ਚੱਲ ਕੇ ਸਿੱਖ ਗਏ ਹਨ। ਮਿਲਤ ਸਹਿ ਬੰਦਨਾ ਕੀਨੀ, ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖਾਂ ਨੇ ਨਮਸਕਾਰ ਕੀਤੀ ਹੈ। ਗੁਰ ਆਇਸ ਪੁਨ ਕਹਿ ਦੀਨੀ, ਫਿਰ ਸਤਿਗੁਰੂ ਜੀ ਦੀ ਜੋ ਆਗਿਆ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੀ ਹੈ। ਸੁਨ ਬੁੱਢਾ ਬਿਕਸਿਓ ਅੰਗਾ, ਸੁਣ ਕੇ ਗੁਰੂ ਸਾਹਿਬ ਜੀ ਦਾ ਸੁਨੇਹਾ ਬਾਬਾ ਬੁੱਢਾ ਸਾਹਿਬ ਜੀ ਜਿਹੜਾ ਸੀ ਹਿਰਦਾ ਖਿੜ ਗਿਆ, ਅੰਗ ਅੰਗ ਜਿਹੜਾ ਸੀ, ਰੋਮ ਰੋਮ ਜਿਹੜਾ ਸੀ ਉਹ ਖਿੜ ਗਿਆ। ਉਠ ਭਇਓ ਤਿਨਹੁ ਕੇ ਸੰਗਾ, ਬੜੀ ਛੇਤੀ ਉਹਨਾਂ ਗਏ ਹੋਏ ਸਿੱਖਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਖੜੇ ਹੋ ਗਏ। ਸ੍ਰੀ ਅਰਜਨ ਜਹਾਂ ਬਿਰਾਜੀ, ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਿਵਾਸ ਸੀ। ਜਿਨ ਗਿਰਾ ਸੁਨੇ ਆਗ ਭਾਜੀ, ਜਿਨ੍ਹਾਂ ਸਤਿਗੁਰਾਂ ਦਾ ਉਪਦੇਸ਼ ਸੁਣਿਆ ਸਾਰੇ ਪਾਪ ਨਾਸ਼ ਹੁੰਦੇ ਹਨ। ਤਹ ਬੁੱਢਾ ਚੱਲ ਕਰ ਆਇਓ, ਬੜੀ ਛੇਤੀ ਉਹਨਾਂ ਗੁਰਸਿੱਖਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਸਤਿਗੁਰਾਂ ਦੇ ਕੋਲ ਆਏ ਹਨ। ਪਦ ਪੰਕਜ ਸੀਸ ਨੇ ਵਾਇਓ, ਤੇ ਗੁਰੂ ਸਾਹਿਬ ਦੇ ਕੋਲ ਆ ਕੇ ਨਮਸਕਾਰ ਕੀਤੀ ਹੈ। ਗੁਰ ਦੇਖ ਤਬੈ ਹੋਏ ਠਾਂਡੇ, ਜਦੋਂ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਦਬ ਦੇ ਨਾਲ ਨਮਸਕਾਰ ਕੀਤੀ ਤੇ ਗੁਰਦੇਵ ਨੇ ਦੇਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਆਏ ਨੇ। ਸਤਿਗੁਰੂ ਜੀ ਉਸੇ ਵੇਲੇ ਸਿੰਘਾਸਨ ਤੋਂ ਉੱਠ ਪਏ। ਇੰਨਾ ਮਾਣ, ਇੰਨਾ ਸਤਿਕਾਰ ਇੱਕ ਸਿੱਖ ਦਾ ਗੁਰੂ ਸਾਹਿਬ ਆਪ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਦਾ। ਗੁਰੂ ਸਾਹਿਬ ਤਾਂ ਸਮਰੱਥ ਪ੍ਰਤਾਖਾਰ ਨੇ ਨਾ, ਪਰ ਫਿਰ ਵੀ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਬਾਣੀ ਪੜਨ ਵਾਲਾ, ਨਾਮ ਜਪਣ ਵਾਲਾ, ਕਮਾਈ ਵਾਲਾ ਗੁਰਸਿੱਖ ਹੈ, ਉਹਦਾ ਸਤਿਕਾਰ ਸਤਿਗੁਰੂ ਆਪ ਇਸ ਤਰ੍ਹਾਂ ਕਰਦੇ ਹਨ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਕਿਹੜਾ ਮਾਲਕ ਕਹਿੰਦਾ ਹੈ ਕਿ ਸੇਵਕ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਨੌਕਰ ਹਾਂ, ਚੇਲਾ। ਇਹ ਪੂਰੇ ਗੁਰੂ ਸਾਹਿਬ ਮਹਾਰਾਜ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ, ਇਹਨਾਂ ਅਦਬ ਤੇ ਇਹਨਾਂ ਸਤਿਕਾਰ ਉਹ ਮਾਲਕ ਆਪ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਭਗਤਾਂ ਨੂੰ, ਸੰਤਾਂ ਨੂੰ ਦਿੱਤਾ ਹੈ। ਸਤਿਗੁਰੂ ਜੀ ਉੱਠ ਕੇ ਆਪਣੇ ਸਿੰਘਾਸਨ ਤੋਂ ਖੜੇ ਹੋ ਗਏ। ਨਹੀਂ ਤਾਂ ਬੰਦਾ ਕੋਈ ਅਹੁਦੇ ਤੇ ਬੈਠਾ ਹੋਵੇ, ਉਹਦੇ ਤੋਂ ਛੋਟਾ ਜਿੰਨਾ ਮਰਜ਼ੀ ਕੋਈ ਗਿਆਨਵਾਨ ਹੋਵੇ, ਬੰਦੇ ਨੂੰ ਆਪਣੇ ਅਹੁਦੇ ਦਾ ਹੰਕਾਰ ਹੁੰਦਾ ਹੈ ਕਿ ਮੈਂ ਇਹਦੇ ਤੋਂ ਵੱਡਾ। ਗਿਆਨ ਕਰਕੇ ਭਾਵੇਂ ਦੂਜਾ ਵੱਡਾ ਹੋਵੇ, ਪਰ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਅਦਬ ਸਤਿਕਾਰ ਰੱਖਣ ਲਈ ਮਹਾਰਾਜ ਉੱਠ ਸਿੰਘਾਸਨ ਤੋਂ ਖਲੋਤੇ ਹਨ। ਸਨਮਾਨਤ ਆਨੰਦ ਬਾਢੇ, ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੇ ਸਨਮਾਨ ਕੀਤਾ ਹੈ। ਜਿਸ ਤਰ੍ਹਾਂ ਇਹ ਵੱਡਿਆਂ ਦਾ ਸੁਭਾਅ ਹੁੰਦਾ ਹੈ। ਆਪਾਂ ਹੋਰ ਵੀ ਅਵਤਾਰੀ ਪੁਰਖਾਂ ਦਾ ਜੀਵਨ ਵੀ ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਦੋਂ ਸੁਦਾਮਾ ਚੱਲ ਕੇ ਸ਼੍ਰੀ ਕ੍ਰਿਸ਼ਨ ਜੀ ਦੀ ਨਗਰੀ ਇਹਨਾਂ ਦੇ ਮਹਿਲ ਆਇਆ, ਜਦੋਂ ਸਿਪਾਹੀਆਂ ਨੇ ਤਾਂ ਦੇਖ ਕੇ ਪਿਛਾਂਹ ਕਰ ਦਿੱਤਾ, ਪਰ ਉਹਨੇ ਕਿਹਾ ਕਿ ਇੱਕ ਵਾਰੀ ਜਾ ਕੇ ਸੁਨੇਹਾ ਤਾਂ ਦਿਓ ਕਿ ਤੁਹਾਡਾ ਮਿੱਤਰ ਸੁਦਾਮਾ ਆਇਆ ਹੈ। ਤੇ ਜਦੋਂ ਕੰਨਾਂ ਵਿੱਚ ਬੋਲ ਪਏ ਕਿ ਮੇਰਾ ਮਿੱਤਰ ਮੇਰੇ ਕੋਲ ਚੱਲ ਕੇ ਆਇਆ ਹੈ, ਫਿਰ ਉਸੇ ਵੇਲੇ ਸਿੰਘਾਸਨ ਤੋਂ ਖੜੇ ਹੋ ਗਏ। ਛੱਡ ਸਿੰਘਾਸਨ ਹਰ ਜੀ ਆਏ, ਦੂਰੋਂ ਦੇਖ ਡੰਡਾਉਤ ਕਰ, ਦੂਰੋਂ ਨਮਸਕਾਰਾਂ ਕਰਦੇ ਆਏ। ਇਹ ਵੱਡਿਆਂ ਦਾ ਵੱਡਪਨ ਹੁੰਦਾ ਹੈ। ਜੇ ਕੋਲ ਗਿਆਨ ਹੋਵੇ ਤੇ ਫਿਰ ਉਹਨਾਂ ਨੂੰ ਲੋੜ ਨਹੀਂ ਹੁੰਦੀ ਆਪਣਾ ਕੁਝ ਦਿਖਾਵਾ ਕਰਨ ਦੀ, ਪਰ ਜੇ ਹੋਵੇ ਕੁਝ ਨਾ ਤੇ ਬੰਦੇ ਨੂੰ ਡਰ ਰਹਿੰਦਾ ਹੈ ਕਿ ਮੇਰਾ ਉਹਦਾ ਚਲਾ ਹੀ ਨਾ ਜਾਵੇ। ਇਹ ਉਹਨਾਂ ਨੂੰ ਡਰ ਰਹਿੰਦਾ ਹੈ ਜਿਨ੍ਹਾਂ ਕੋਲ ਗਿਆਨ ਨਾ ਹੋਵੇ, ਉਹਨਾਂ ਅੰਦਰ ਕੇਵਲ ਹਉਮੈ ਹੁੰਦੀ। ਤੇ ਗਿਆਨ ਇਹ ਨਹੀਂ ਕਿ 4 ਕਲਾਸਾਂ ਪੜ੍ਹੀਆਂ ਨੇ ਜਾਂ 4 ਗ੍ਰੰਥ ਪੜ੍ਹੇ ਤੇ ਬੜਾ ਗਿਆਨਵਾਨ ਉਹ ਹੈ ਜਿਹਦੇ ਅੰਦਰ ਅਦਬ ਸਤਿਕਾਰ ਹੈ, ਜਿਹਦੇ ਅੰਦਰ ਸਾਰਿਆਂ ਪ੍ਰਤੀ ਪ੍ਰੇਮ ਹੈ। ਉਹ ਸਾਰਿਆਂ ਨੂੰ ਮਨੁੱਖਾਂ ਦੇ ਅੰਦਰ ਰੱਬੀ ਜੋਤ ਦੇਖ ਕੇ ਉਹਨਾਂ ਦਾ ਅਦਬ ਸਤਿਕਾਰ ਰੱਖਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਉੱਠ ਖਲੋਤੇ।
ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਮਾਣ ਸਤਿਕਾਰ ਕੀਤਾ ਹੈ। ਤਨ ਕੁਸ਼ਲ ਆਨੰਦ ਤੁਮਾਰੀ, ਫਿਰ ਸੁਖ ਸ਼ਾਂਤ ਪੁੱਛੀ ਹੈ ਸਰੀਰ ਦੀ। ਜਿਤ ਪ੍ਰਭ ਸੋ ਰਚਿਓ ਉਦਾਰੀ, ਤੇ ਹਿਰਦਾ ਜਿਹੜਾ ਸੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਵਿੱਚ ਬਾਬਾ ਜੀ ਦਾ ਰੰਗਿਆ ਹੋਇਆ ਹੈ। ਉਪਕਾਰ ਹੇਤ ਤੁਮ ਦੇਹਾ, ਤੇ ਫਿਰ ਕਹਿੰਦੇ ਸਤਿਗੁਰੂ ਕਿ ਤੁਸੀਂ ਜਿਹੜੀ ਦੇਹ ਧਾਰੀ ਹੈ ਨਾ ਉਪਕਾਰ ਵਾਸਤੇ ਧਾਰੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਹਿ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਿਹੜੇ ਬ੍ਰਹਮ ਗਿਆਨੀ ਨੇ ਉਹ ਹੁੰਦੇ ਉਪਕਾਰੀ ਨੇ। ਆਮ ਸਾਡਾ ਸੁਭਾਅ ਹੁੰਦਾ ਅਸੀਂ ਹਰ ਕੰਮ ਕਰਦੇ ਹਾਂ ਸਵਾਰਥ ਲਈ, ਇਹ ਜੀਵ ਦਾ ਸੁਭਾਅ ਹੈ। ਪਰ ਸਵਾਰਥ ਲਈ ਤਾਂ ਪਸ਼ੂ ਵੀ ਤਾਂ ਜੀ ਲੈਂਦਾ ਹੈ। ਆਪਣੇ ਬੱਚਿਆਂ ਦੇ ਪੇਟ ਨੂੰ ਪਸ਼ੂ ਵੀ, ਜਾਨਵਰ ਵੀ ਭਰ ਲੈਂਦੇ ਨੇ, ਪੰਛੀ ਵੀ ਭਰ ਲੈਂਦੇ। ਜਾਨਵਰਾਂ ਤੋਂ ਵੱਧ ਕਿਹੜਾ ਪਿਆਰ ਕਰੇਗਾ ਆਪਣੇ ਬੱਚਿਆਂ ਨੂੰ। ਕਈ ਵਾਰੀ ਦੇਖੀਦਾ ਐਸੇ ਜਾਨਵਰ ਕਿ ਜਿਹੜੇ ਆਪਣੇ ਕੁਛੜੋਂ ਹੀ ਬੱਚੇ ਨਹੀਂ ਉਤਾਰਦੇ, ਕਿਸ ਤਰ੍ਹਾਂ ਆਪਣੇ ਪਿਆਰ ਨਾਲ ਬੱਚਿਆਂ ਦੀ ਸੰਭਾਲ ਕਰਦੇ ਨੇ। ਪਰ ਹੁਣ ਬੰਦੇ ਵਿੱਚ, ਜੀਵਾਂ ਦੇ ਵਿੱਚ, ਜਾਨਵਰਾਂ ਵਿੱਚ ਅੰਤਰ ਕੀ ਹੈ? ਹੁਣ ਖਾਣਾ ਪੀਣਾ, ਹੱਸਣਾ ਸੌਣਾ ਇਹ ਤਾਂ ਇੱਕ ਸਮਾਨ ਹੀ ਹੈ, ਪਰ ਬੰਦੇ ਵਿੱਚ ਗਿਆਨ ਦਾ ਵਾਧਾ ਹੈ। ਗਿਆਨ ਕੀ ਹੈ? ਜਨ ਪਰਉਪਕਾਰੀ ਆਏ, ਕਿ ਮਨੁੱਖ ਦਾ ਸੁਭਾਅ ਹੈ ਪਰਉਪਕਾਰੀ ਹੋਣਾ ਚਾਹੀਦਾ ਹੈ। ਇਹ ਬ੍ਰਹਮ ਗਿਆਨੀਆਂ ਦਾ ਸੁਭਾਅ ਹੁੰਦਾ ਹੈ ਕਿ ਦੂਜੇ ਲਈ ਕੁਝ ਕਰਨਾ ਤੇ ਕਰਕੇ ਫਿਰ ਉਸ ਨੂੰ ਜਣਾਉਣਾ ਨਾ, ਇਹ ਉਪਕਾਰ ਹੈ। ਪਰਉਪਕਾਰ ਪਰਾਏ ਵਾਸਤੇ ਕੀਤਾ ਹੋਇਆ ਕੋਈ ਕਰਮ ਉਹ ਪਰਉਪਕਾਰ ਕਹਾਉਂਦਾ ਹੈ। ਇਹ ਕੰਮ ਬ੍ਰਹਮ ਗਿਆਨੀਆਂ ਦੇ ਹਿੱਸੇ ਆਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਇੰਨਾ ਵੱਡਾ ਪਰਉਪਕਾਰ ਕੀਤਾ ਹੈ ਕਿ ਮਹਾਰਾਜ ਜੀ ਨੇ ਇੱਕ ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਤੱਕ ਦਾ ਬਲੀਦਾਨ ਦੇਣਾ, ਆਪਣੀ ਕੁਰਬਾਨੀ ਦੇਣੀ, ਇਹ ਬ੍ਰਹਮ ਗਿਆਨੀਆਂ ਦਾ ਸੁਭਾਅ ਹੁੰਦਾ ਹੈ। ਆਮ ਲੋਕ ਇਸ ਖੇਡ ਨੂੰ ਨਹੀਂ ਸਮਝ ਸਕਦੇ। ਆਮ ਬੰਦਾ ਤੇ ਕਹੇਗਾ ਕੀ ਲੋੜ ਹੈ ਕਿਸੇ ਲਈ ਕੁਝ ਕਰਨ ਦੀ, ਪਰ ਆਪਣਾ ਵਿਗਾਰ ਬਿਰਾਨਾ ਸੰਡ ਹੈ, ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਤੇ ਹੁਣ ਕਦੇ ਉਪਕਾਰ ਕੀਤਾ ਹੀ ਨਹੀਂ ਤੇ ਫਿਰ ਕਹਿਣਾ ਕੌਣ ਹੁੰਦੇ ਨੇ? ਇਹਨਾਂ ਪ੍ਰਤੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਉਪਕਾਰ ਹੇਤ ਤੁਮ ਦੇਹਾ, ਤੁਸੀਂ ਦੇਹ ਧਾਰੀ ਹੋ ਉਪਕਾਰ ਵਾਸਤੇ। ਉਹ ਆਪਣੇ ਨਿੱਜੀ ਸਵਾਰਥ ਲਈ ਨਹੀਂ ਕੁਝ ਕਰਦੇ। ਆਪ ਨਾਮ ਜਪ ਕੇ ਤੇ ਆਪਣਾ ਜੀਵਨ ਸਵਾਰ ਸਕਦੇ ਨੇ, ਪਰ ਜਦੋਂ ਪ੍ਰਜਾ ਵੱਲ, ਦੁਨੀਆ ਵੱਲ, ਸੰਸਾਰ ਵੱਲ ਦੇਖਦੇ ਨੇ ਨਾ, ਉਹਨਾਂ ਨੂੰ ਫਿਰ ਤਰਸ ਆਉਂਦਾ ਹੈ ਕਿ ਮਨੁੱਖ ਪ੍ਰਮਾਤਮਾ ਦੀ ਭਗਤੀ ਤੋਂ ਖੁੰਝੇ ਹੋਏ ਨੇ। ਜਿਹੜਾ ਰਸਤਾ ਰੱਬ ਦੀ ਪ੍ਰਾਪਤੀ ਤੱਕ ਜਾਂਦਾ ਹੈ ਉਹ ਰਸਤੇ ਤੋਂ ਖੁੰਝ ਗਏ ਨੇ, ਤੇ ਉਹਨਾਂ ਤੇ ਫਿਰ ਤਰਸ ਕਰਕੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਸਾਰਾ ਜੀਵਨ ਬਤੀਤ ਕਰ ਦਿੰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਏ। ਕਿੰਨਾ ਸੰਸਾਰ ਸੜ ਰਿਹਾ ਹੈ, ਇਹਨੂੰ ਅੱਗ ਵਿੱਚੋਂ ਕੱਢਣ ਵਾਸਤੇ, ਨਾਮ ਦੀ ਠੰਡ ਦੇਣ ਵਾਸਤੇ ਸਤਿਗੁਰਾਂ ਨੇ ਸਾਰਾ ਆਪਣਾ ਜੀਵਨ ਲਾਇਆ ਹੈ। ਇਸ ਲਈ ਬਾਬਾ ਬੁੱਢਾ ਸਾਹਿਬ ਜੀ ਵੱਲ ਸਤਿਗੁਰਾਂ ਨੇ ਉਹਨਾਂ ਦੀ ਸੁਖ ਸ਼ਾਂਤ ਪੁੱਛੀ ਹੈ। ਫਿਰ ਗੁਰਦੇਵ ਕਹਿੰਦੇ ਨੇ, ਬਾਬਾ ਜੀ ਤੁਸੀਂ ਤਾਂ ਦੇਹ ਉਪਕਾਰ ਵਾਸਤੇ ਧਾਰੀ ਹੈ। ਉਰੇ ਆਤਮ ਗਿਆਨ ਅਸ਼ੇਹਾ, ਤੁਹਾਡੇ ਹਿਰਦੇ ਵਿੱਚ ਆਤਮ ਗਿਆਨ, ਆਤਮ ਗਿਆਨੀ ਹੋ, ਆਤਮਾ ਦਾ ਗਿਆਨ ਰੱਖਣ ਵਾਲਾ। ਆਪਾਂ ਕੁਝ ਕਰ ਰਹੇ ਹਾਂ, ਇਹ ਪਰਿਵਾਰ ਮੇਰਾ ਹੈ, ਬੱਚੇ ਮੇਰੇ ਨੇ, ਘਰ ਮੇਰਾ ਹੈ, ਇਹ ਸਾਰਾ ਕੁਝ ਕਿਹਦੇ ਨਾਲ ਜੁੜਿਆ ਹੈ? ਸਰੀਰ ਦੇ ਨਾਲ, ਦੇਹ ਨਾਲ ਜੁੜਿਆ ਹੈ। ਤੇ ਫਿਰ ਮੇਰਾ ਕਰਦਾ ਹੈ ਬੰਦਾ। ਪਰ ਜਦੋਂ ਆਤਮਾ ਦਾ ਗਿਆਨ ਹੋ ਜਾਵੇ ਤੇ ਫਿਰ ਇਹ ਦੇਹ ਤਾਂ ਨਾਸ਼ਵੰਤ ਹੈ, ਆਤਮਾ ਸਦੀਵ ਰਹਿਣ ਵਾਲੀ, ਇਹੋ ਹੀ ਆਤਮਾ ਸਾਰਿਆਂ ਦੇ ਅੰਦਰ ਹੈ। ਫਿਰ ਕੌਣ ਮੇਰਾ ਤੇ ਕੌਣ ਬੇਗਾਨਾ? ਨਾ ਕੋ ਬੈਰੀ ਨਾ ਹੀ ਬੇਗਾਨਾ। ਜਿਨ੍ਹਾਂ ਨੂੰ ਇਹ ਗਿਆਨ ਹੋਇਆ ਉਹਨੇ ਆਤਮ ਗਿਆਨੀ। ਬਾਬਾ ਬੁੱਢਾ ਸਾਹਿਬ ਤੁਸੀਂ ਆਤਮ ਗਿਆਨੀ ਹੋ। ਭਾਈ ਕਨ੍ਹਈਆ ਜੀ ਦੀ ਅਵਸਥਾ ਐਸੀ ਹੈ ਕਿ ਉਹਨਾਂ ਨੂੰ ਸਾਰਿਆਂ ਵਿੱਚੋਂ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਇਹ ਹਨ ਆਤਮ ਗਿਆਨੀ। ਬਾਬਾ ਬੁੱਢਾ ਸਾਹਿਬ ਤੁਸੀਂ ਆਤਮ ਗਿਆਨੀ ਹੋ। ਸੁਣ ਬੁੱਢੇ ਬਾਗ ਬਖਾਨਾ, ਸੁਣ ਕੇ ਗੁਰੂ ਸਾਹਿਬ ਜੀ ਤੋਂ ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ, ਤਨ ਮਾਨੁਖ ਤੁਮ ਤੇ ਠਾਨਾ, ਤਨ ਮਾਨੁਖ ਤੁਮ ਨੇ ਠਾਨਾ, ਤੁਸੀਂ ਮਨੁੱਖਾ ਦੇਹੀ ਧਾਰ ਕੇ ਆਏ ਹੋ। ਜਗ ਜਾਤ ਨਰਕ ਦੁਖ ਪਾਈ, ਕਿਉਂ ਦੇਹ ਧਾਰ ਕੇ ਆਏ ਹੋ? ਜਿਹੜੇ ਜੀਵ ਸਨ ਜਗ ਜਾਤ ਨਰਕ ਦੁੱਖ ਪਾਏ। ਸਾਰਾ ਸੰਸਾਰ ਪੂਰਾ ਦਾ ਪੂਰ ਬਣ ਕੇ ਨਰਕਾਂ ਵੱਲ ਜਾ ਰਿਹਾ ਸੀ। ਜਿਸ ਤਰ੍ਹਾਂ ਕੋਈ ਰੋੜ ਹੀ ਕਿਸੇ ਪਾਸੇ ਜਾ ਰਿਹਾ ਹੋਵੇ ਨਾ, ਇਸੇ ਤਰ੍ਹਾਂ ਕਾਮ ਦੇ, ਕ੍ਰੋਧ ਦੇ, ਲੋਭ ਦੇ, ਈਰਖਾ, ਨਿੰਦਿਆ, ਚੁਗਲੀ, ਦਵੈਸ਼, ਇਹ ਸਾਰੀਆਂ ਨਦੀਆਂ ਹਨ ਅੱਗ ਦੀਆਂ। ਇਹ ਸਾਰੀਆਂ ਨਦੀਆਂ ਜਾ ਕਿੱਧਰ ਨੂੰ ਰਹੀਆਂ ਨੇ? ਨਰਕਾਂ ਵੱਲ ਲਿਜਾ ਰਹੀਆਂ ਨੇ। ਤੇ ਇਹ ਜਿਹੜਾ ਪੂਰਾ ਦਾ ਪੂਰ ਨਰਕਾਂ ਵੱਲ ਜਾ ਰਿਹਾ ਸੀ ਨਾ, ਇਹ ਗੁਰਦੇਵ ਤੁਸੀਂ ਮਨੁੱਖਾ ਤਨ ਧਾਰਿਆ ਜੀਵਾਂ ਨੂੰ ਇਹਨਾਂ ਵਿੱਚੋਂ ਕੱਢਣ ਵਾਸਤੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਉਦੋਂ ਕਲਯੁਗ ਹੋਣਾ ਸੀ
ਜੇ ਤੁਸੀਂ ਇੱਕ ਘੜੀ ਸਾਨੂੰ ਨਾ ਮਿਲਦੇ, ਪਰ ਹੁਣ ਤੁਸੀਂ ਕਿਰਪਾ ਕਰਕੇ ਸੰਗਤ ਬਖਸ਼ੀ ਹੈ ਨਾ, ਨਾਮ ਜਪਣ ਲਈ ਇਹ ਮਨੁੱਖਾ ਦੇਹੀ ਦਿੱਤੀ ਹੈ, ਫਿਰ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਸੰਗਤ ਕਰਦੇ ਨੇ, ਉਹਨਾਂ ਲਈ ਤਾਂ ਕਲਯੁਗ ਭਲਾ ਹੈ। ਮਹਾਰਾਜ ਕਹਿੰਦੇ ਉਹਨਾਂ ਲਈ ਤਾਂ ਬਹੁਤ ਭਲਾ ਕਲਯੁਗ ਹੈ ਜਿਹੜੇ ਨਾਮ ਜਪਦੇ, ਪਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਤੇ ਫਿਰ ਸਤਯੁਗ 'ਚ ਵੀ ਕਲਯੁਗ ਹੋਇਆ। ਇਸ ਲਈ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਮਹਾਰਾਜ ਤੁਸੀਂ ਮਨੁੱਖਾ ਦੇਹੀ ਤਾਂ ਧਾਰ ਕੇ ਆਇਓ, ਇਹ ਸਾਰਾ ਜਿਹੜਾ ਸੰਸਾਰ ਸੀ ਇਹ ਨਰਕਾਂ ਦੇ ਵੱਲ ਜਾ ਰਿਹਾ ਸੀ। ਤਿਨ ਹੇਤ ਉਦਾਹਰਨ ਆਏ, ਇਹਨਾਂ ਜੀਵਾਂ ਨੂੰ ਉਦਾਹਰਨ ਵਾਸਤੇ ਆਏ ਹੋ, ਜਨ ਪਰਉਪਕਾਰੀ ਆਏ, ਇਹਨਾਂ ਨੂੰ ਬਚਾਉਣ ਵਾਸਤੇ, ਨਰਕਾਂ ਚੋਂ ਕੱਢਣ ਵਾਸਤੇ ਆਏ ਹੋ। ਛਪ ਰਹੇ ਅਲਪ ਮਤ ਹੀਤੇ, ਛਪ ਰਹੇ ਅਲਪ ਮਤ ਹੀ, ਤੇ ਛੋਟੀ ਮਤ ਕਰਕੇ ਜਿਹੜੇ ਜੀਵ ਹਨ ਉਹਨਾਂ ਤੋਂ ਤੁਸੀਂ ਛਪੇ ਹੋ। ਬੁੱਧਵੰਤ ਲਖੈ ਸਭ ਚੀਤੇ, ਪਰ ਜਿਹੜੇ ਬੁੱਧੀਵਾਨ ਗਿਆਨਵਾਨ ਨੇ ਨਾ, ਉਹ ਤੁਹਾਨੂੰ ਜਾਣਦੇ ਨੇ। ਦੇਹੀ ਧਾਰੀ ਹੈ ਤੁਸੀਂ ਆਮ ਮਨੁੱਖਾਂ ਵਾਲੀ, ਤੇ ਜਿਹੜੇ ਅਗਿਆਨੀ ਨੇ, ਜਿਨ੍ਹਾਂ ਨੂੰ ਗਿਆਨ ਨਹੀਂ, ਜਿਹੜੇ ਸੰਗਤ ਨਹੀਂ ਕਰਦੇ, ਜਿਨ੍ਹਾਂ ਦੀ ਮਤ ਬਹੁਤ ਛੋਟੀ ਹੈ, ਦੁਨਿਆਵੀ ਗਿਆਨ ਬਹੁਤ ਵੱਡਾ ਹੈ, ਪਰ ਹਲੇ ਤੱਕ ਗੁਰੂ ਨੂੰ ਕਹਿੰਦੇ ਨੇ ਕਿ ਗੁਰੂ ਆਮ ਮਨੁੱਖ ਹੀ ਹੈ। ਤੇ ਪਰ ਭਾਈ ਸੰਤੋਖ ਸਿੰਘ ਕਹਿੰਦੇ ਨਹੀਂ, ਮਾਨੁਕਾ ਕਰ ਰੂਪ ਨਾ ਜਾਣ, ਇਹ ਤਾਂ ਜੋਤ ਰੂਪ ਪਰ ਆਪ ਗੁਰੂ ਨਾਨਕ ਕਹਾਇਓ, ਇਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰ ਕਿੰਨਾ ਨੇ ਜਾਣਿਆ? ਜਿਹੜੇ ਗਿਆਨਵਾਨ ਸਨ, ਜਿਨ੍ਹਾਂ ਦੀ ਮੱਤ ਛੋਟੀ ਸੀ, ਉਹਨਾਂ ਦੇ ਸਾਹਮਣੇ ਭਾਵੇਂ ਗੁਰੂ ਸਾਹਿਬ ਬੈਠੇ ਨੇ, ਪਰ ਉਹ ਗੁਰੂ ਸਾਹਿਬ ਨੂੰ ਆਪਣੇ ਵਰਗਾ ਹੀ ਸਮਝ ਰਹੇ ਹਨ। ਜਿਨ੍ਹਾਂ ਦੀ ਛੋਟੀ ਮੱਤ ਹੈ ਉਹਨਾਂ ਤੋਂ ਲੁਕੇ ਹੋਏ ਹੋ, ਪਰ ਜਿਹੜੇ ਗਿਆਨਵਾਨ ਨੇ ਉਹ ਪਛਾਣ ਗਏ। ਜਿਹੜੇ ਗਿਆਨਵਾਨ ਭਾਈ ਨੰਦ ਲਾਲ ਦੇ ਕੋਲ ਗੁਰੂ ਕਲਗੀਧਰ ਸਾਹਿਬ ਮਹਾਰਾਜ ਰਾਤ ਦੇ ਸਮੇਂ ਸਾਰਿਆਂ ਲੰਗਰਾਂ ਦੀ ਪਰਖ ਕੀਤੀ ਹੈ, ਪਰ ਜੇ ਪਛਾਣਿਆ ਤੇ ਭਾਈ ਨੰਦ ਲਾਲ ਦੀ ਅੱਖ ਨੇ ਪਛਾਣਿਆ। ਕਹਿਣ ਲੱਗਾ, ਮਹਾਰਾਜ ਇਸ ਤਰ੍ਹਾਂ ਨਾ ਜਾਇਓ, ਦਾਲ ਰਿੱਝ ਰਹੀ ਹੈ, ਆਟਾ ਗੁੰਨ ਰਿਹਾ, ਮਹਾਰਾਜ ਜੇ ਕਹੋ ਤੇ ਸਾਰਾ ਕੁਝ ਇਸੇ ਤਰ੍ਹਾਂ ਕੇ ਰੱਖ ਦੇਣਾ, ਤੇ ਜੇ ਮੈਨੂੰ ਹੁਕਮ ਦਿਓ ਤੇ ਮੈਂ ਇਹਨੂੰ ਤਿਆਰ ਕਰ ਲਾਂ। ਤੇ ਸਵੇਰ ਦੇ ਸਮੇਂ ਸਾਰਿਆਂ ਨੂੰ ਸਤਿਗੁਰਾਂ ਨੇ ਬੁਲਾਇਆ, ਤੇ ਜੇ ਪਾਸ ਹੋਏ ਤੇ ਭਾਈ ਨੰਦ ਲਾਲ ਜੀ ਪਰਖ ਵਿੱਚੋਂ, ਇਉਂ ਜਿਹੜੇ ਗਿਆਨਵਾਨ ਨੇ ਉਹ ਤੁਹਾਨੂੰ ਪਛਾਣ ਲੈਂਦੇ ਨੇ, ਉਹ ਤਾਂ ਫਿਰ ਸਾਰਿਆਂ ਵਿੱਚ ਤੁਹਾਡੀ ਰੱਬੀ ਜੋਤ ਨੂੰ ਦੇਖ ਕੇ ਸਾਰਿਆਂ ਦਾ ਅਦਬ ਸਤਿਕਾਰ ਰੱਖਦੇ ਨੇ। ਪਤਾ ਨਹੀਂ ਨਾਰਾਇਣ ਨੇ ਕਿਹੜੇ ਰੂਪ ਦੇ ਵਿੱਚ ਆ ਜਾਣੇ। ਪਰ ਜਿਹੜੇ ਛੋਟੀ ਮੱਤ ਵਾਲੇ, ਉਹ ਗੁਰੂ ਦੇ ਕੋਲ ਬੈਠੇ ਵੀ ਗੁਰੂ ਨੂੰ ਨਹੀਂ ਪਛਾਣ ਸਕਦੇ। ਗੁਰ ਤਬਹਿ ਪ੍ਰਸ਼ਾਦ ਮੰਗਾਇਓ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਵੇਲੇ ਸਿੱਖਾਂ ਕੋਲੋਂ ਪ੍ਰਸ਼ਾਦ ਮੰਗਵਾਇਆ। ਮਨ ਪੰਚ ਤੋਲ ਕਰ ਲਿਆਇਓ, ਤੇ ਉਹ ਜਿਹੜਾ ਪ੍ਰਸ਼ਾਦ ਸੀ ਤੋਲ ਕੇ ਲਿਆਂਦਾ। ਰਖ ਬੁੱਢੇ ਪ੍ਰਾਤ ਅਗੇਰੇ, ਤੇ ਜਿਹੜੀ ਪ੍ਰਾਤ ਸੀ ਪ੍ਰਸ਼ਾਦ ਦੀ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ। ਸ਼ੁਭ ਬਾਗ ਭਣੇ ਤਿਸ ਬੇਰੇ, ਉਸ ਸਮੇਂ ਸਤਿਗੁਰੂ ਜੀ ਨੇ ਸ਼ੁਭ ਬਾਗ ਸੋਹਣੇ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਤੀ ਕਹੇ ਹਨ। ਇਹ ਸਕਲ ਪ੍ਰਸ਼ਾਦ ਵਰਤਾਇਓ, ਬਾਬਾ ਜੀ ਇਹ ਸਾਰਾ ਪ੍ਰਸ਼ਾਦ ਤੁਸੀਂ ਵਰਤਾ ਦਿਓ। ਹਰ ਗੋਬਿੰਦ ਆਪ ਪੜਾਇਓ, ਇਹ ਪ੍ਰਸ਼ਾਦ ਕਾਹਦੇ ਵਾਸਤੇ ਮੰਗਵਾਇਆ? ਕਿ ਹਰ ਗੋਬਿੰਦ ਆਪ ਪੜਾਇਓ, ਹਰ ਗੋਬਿੰਦ ਨੂੰ ਤੁਸੀਂ ਆਪ ਪੜਾਵੋ। ਗੁਰਮੁਖੀ ਸੋ ਵਿਦਿਆ ਦੀਜਾ, ਇਹਨਾਂ ਨੂੰ ਗੁਰਮੁਖੀ ਦੀ ਵਿਦਿਆ ਜਿਹੜੀ ਆ ਉਹ ਤੁਸੀਂ ਦਵੋ। ਸਿਸ ਉਪਰ ਕਰੁਣਾ ਕੀਜਾ, ਇਸ ਬੱਚੇ ਤੇ ਬਾਲਕ ਦੇ ਉੱਤੇ ਬਾਬਾ ਜੀ ਤੁਸੀਂ ਆਪਣੀ ਕਿਰਪਾ ਕਰੋ। ਪੱਟੀ ਲਿਖ 35 ਸਾਰੀ, ਤੇ ਸਾਰੀ ਜਿਹੜੀ ਪੱਟੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਸਾਧ ਸੰਗਤ ਗੁਰਦੁਆਰਾ ਨਨਕਾਣਾ ਸਾਹਿਬ, ਉਹਦੇ ਸਾਹਮਣੇ ਅਸਥਾਨ ਹੈ ਪੱਟੀ ਸਾਹਿਬ, ਜਿੱਥੇ ਮਹਾਰਾਜ ਜੀ ਨੇ ਪੱਟੀ ਲਿਖੀ ਹੈ 35 ਲਿਖ ਕੇ ਸਤਿਗੁਰੂ ਸਾਹਿਬ ਜੀ ਨੇ 35 ਅੱਖਰਾਂ ਰਾਹੀਂ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਆਪ ਪੱਟੀ ਲਿਖੋ, ਪੱਟੀ ਫੱਟੀ ਨੂੰ ਵੀ ਕਹਿੰਦੇ ਨੇ, ਉਹਦੇ ਉੱਤੇ ਆਪ 35 ਲਿਖ ਕੇ ਤੁਸੀਂ ਇਹਨਾਂ ਨੂੰ ਪੜਾਵੋ। ਸਿਖਰਾਵੋ ਮੁਖੋ ਉਚਾਰੀ, ਤੇ ਇਹਨਾਂ ਨੂੰ ਆਪ ਆਪਣੇ ਮੁਖੋਂ ਪਹਿਲਾਂ ਉਚਾਰਨ ਕਰਕੇ ਅੱਖਰ ਜਿਹੜੇ ਨੇ ਉਹ ਇਹਨਾਂ ਨੂੰ ਪਿੱਛੇ ਪੜਾਵੋ। ਪੁੰਨ ਸਾਹਿਬ ਬੁੱਢੇ ਭਾਖਾ, ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਬਚਨ, ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨਿਮਰਤਾ ਦੀ ਪੁੰਜ ਹਨ। ਜੈਸਾ ਗੁਰੂ ਭਗਤ ਜੀ ਕਹਿੰਦੇ ਨੇ ਨਾ, ਪ੍ਰਭ ਤੇ ਜਨ ਜਾ ਨੀਜੈ, ਜਨ ਤੇ ਸੁਆਮੀ। ਮਾਲਕ ਤੋਂ ਸੇਵਕ ਦੀ ਪਛਾਣ ਹੁੰਦੀ ਹੈ, ਤੇ ਸੇਵਕ ਤੋਂ ਨੌਕਰ ਦੀ, ਸੇਵਕ ਤੋਂ ਮਾਲਕ ਦੀ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਾਂਤੀ ਦੇ ਸੋਮੇ, ਨਿਮਰਤਾ ਦੀ ਪੁੰਜ, ਤੇ ਬਾਬਾ ਬੁੱਢਾ ਸਾਹਿਬ ਜੀ, ਜਦੋਂ ਬਾਬਾ ਬੁੱਢਾ ਸਾਹਿਬ ਨੂੰ ਇਹਨਾਂ ਮਾਣ ਸਤਿਗੁਰਾਂ ਨੇ ਦਿੱਤਾ ਹੈ, ਗੁਰੂ ਸਾਹਿਬ ਤਾਂ ਆਪ ਸਮਰੱਥ ਨੇ, ਪਰ ਬਾਬਾ ਜੀ ਨੂੰ ਬੁਲਾ ਕੇ ਕਿਹਾ, ਕਹਿਣ ਲੱਗੇ ਤੁਸੀਂ ਇਹਨਾਂ ਨੂੰ 35 ਪੜਾਵੋ, ਇਹਨਾਂ ਨੂੰ ਵਿਦਿਆ ਪੜਾਵੋ, ਗੁਰਮੁਖੀ ਦੇ ਅੱਖਰ ਪੜਾਵੋ। ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮੈਂ ਜਾਟ ਘਾਸ ਕੋ ਰਾਖਾ। ਕਹਿਣ ਲੱਗੇ, ਮਹਾਰਾਜ ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਜਾਟ ਘਾਸ ਕੋ ਰਾਖਾ, ਮੈਂ ਤਾਂ ਜ਼ਿਮੀਦਾਰਾ ਜਾਣਦਾ, ਜ਼ਿਮੀਦਾਰ ਬੰਦਾ ਤੇ ਘਾਹ ਦੀ ਰਾਖੀ ਬੈਠਾ ਹਾਂ, ਮੈਂ ਤਾਂ ਖੇਤਾਂ ਦਾ ਕੰਮ ਜਾਣਦਾ ਹਾਂ। ਮੁਝ ਪੜਨੋਂ ਕਛੂ ਨਾ ਆਵਾ, ਮੈਨੂੰ ਤਾਂ ਮਹਾਰਾਜ ਕੁਝ ਪੜਨਾ ਆਉਂਦਾ ਹੀ ਨਹੀਂ। ਇਹ ਸਾਧ ਸੰਗਤ ਵੱਡਿਆਂ ਦਾ ਵਡੱਪਨ ਹੁੰਦਾ ਏ।
ਅਗਿਆਨੀ ਬੰਦਾ ਕਹਿੰਦਾ ਜੋ ਕੁਝ ਜਾਣਦਾ ਬਸ ਮੈਂ ਹੀ ਜਾਣਦਾ, ਪਰ ਗਿਆਨਵਾਨ ਕਹਿੰਦਾ ਕਿ ਨਹੀਂ, ਕਿਉਂਕਿ ਮੇਰੇ ਤੋਂ ਉੱਚੀ ਮੱਤ ਵਾਲੇ ਬਹੁਤ ਬੈਠੇ ਨੇ, ਮੈਂ ਬਹੁਤ ਛੋਟਾ ਹਾਂ। ਅਖੀਰ ਭਾਈ ਸੰਤੋਖ ਸਿੰਘ ਜੀ ਜਦੋਂ ਸ਼੍ਰੀ ਨਾਨਕ ਪ੍ਰਕਾਸ਼ ਦੀ, ਸ਼੍ਰੀ ਗੁਰੂ ਪ੍ਰਤਾਪ ਦੀ ਸਮਾਪਤੀ ਕਰਦੇ ਨੇ, ਨਿਮਰਤਾ ਤੇ ਉੱਥੇ ਦਿਖਦੀ ਹੈ ਭਾਈ ਸੰਤੋਖ ਸਿੰਘ ਦੀ। ਕੱਲਾ ਕੱਲਾ ਅੱਖਰ ਐ ਹੀਰੇ ਵਾਂਗੂ ਪਰੋ ਕੇ ਸਾਹਮਣੇ ਰੱਖਿਆ ਤੇ ਅਖੀਰ ਸਮਾਪਤੀ ਤੇ ਕਹਿੰਦੇ ਮੈਨੂੰ ਆਉਂਦਾ ਹੀ ਕੁਝ ਨਹੀਂ, ਮੈਂ ਅਗਿਆਨੀ ਬੰਦਾ ਗੁਰੂ ਦੀ ਮਹਿਮਾ ਕੀ ਗਾ ਸਕਦਾ ਹਾਂ। ਇਹ ਵੱਡਿਆਂ ਦਾ ਵੱਡਪਨ ਹੁੰਦਾ ਹੈ, ਗਿਆਨੀਆਂ ਦੀ ਵਿਦਵਤਾ ਹੁੰਦੀ ਹੈ। ਆਮ ਬੰਦਾ ਗਿਆਨੀ ਹਉਮੈ ਦਾ ਭਰਿਆ ਕਹਿੰਦਾ ਕਿਹੜਾ ਖੰਡਨ ਕਰੇ ਮੇਰੀ ਕਵਿਤਾ ਨੂੰ, ਮੇਰੇ ਦੋ ਅੱਖਰਾਂ ਨੂੰ। ਲਿਖਿਆ ਭਾਵੇਂ ਕੁਝ ਵੀ ਨਾ ਹੋਵੇ, ਭਾਵੇਂ ਸਾਰੇ ਪੰਥ ਦੇ ਵਿੱਚ ਉਹ ਸਿਆਪੇ ਦੀ ਜੜ ਹੋਣ, ਪਰ ਆਪਣੀ ਜਿਹੜੀ ਲਿਖਤ ਨੂੰ ਉਹਨੂੰ ਹੀ ਪੰਥ ਪ੍ਰਮਾਣਤਾ ਦਈ ਜਾਣੀ। ਪਰ ਭਾਈ ਸੰਤੋਖ ਸਿੰਘ ਜੀ ਨੇ ਇੰਨੇ ਅੱਖਰ, ਲੱਖਾਂ ਅੱਖਰ ਪੰਥ ਨੂੰ ਦਿੱਤੇ ਨੇ। ਅਖੀਰ ਤੇ ਕੀ ਲਿਖਦੇ ਨੇ ਸਾਧ ਸੰਗਤ, ਜੇ ਕੋਈ ਕਿਸੇ ਤਰ੍ਹਾਂ ਦਾ ਵਾਧ ਘਾਟ ਹੋਵੇ ਤੇ ਪੰਥ ਨੂੰ ਅਧਿਕਾਰ ਹੈ, ਪੰਥ ਬੈਠੇ ਤੇ ਇਸੇ ਤਰ੍ਹਾਂ ਕਾਵ ਰੂਪ ਦੇ ਵਿੱਚ ਉਹ ਇਹਦੀ ਜਿਹੜੀ ਹੈ ਉਹ ਲਿਖਤ ਕਿਸੇ ਤਰ੍ਹਾਂ ਜੇ ਕੋਈ ਗਲਤੀ ਲੱਗੇ ਤੇ ਉਹ ਸਹੀ ਕਰ ਸਕਦਾ। ਇਹ ਪੰਥ ਨੂੰ ਮਾਣ ਵੀ ਦੇ ਗਏ। ਲਿਖ ਕੇ ਸਾਰਾ ਇਤਿਹਾਸ, ਸਾਰੀ ਉਮਰ ਦੀ ਕਮਾਈ ਸੀ, ਸ਼੍ਰੀ ਅਕਾਲ ਤਖਤ ਸਾਹਿਬ ਭੇਟ ਕਰ ਗਏ। ਸੋ ਰਹੋ ਵਿਚਾਰ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਮੈਂ ਤਾਂ ਜ਼ਿਮੀਂਦਾਰਾ ਕਰਦਾ ਨਾ, ਮੈਨੂੰ ਤਾਂ ਕੋਈ ਅੱਖਰ ਆਉਂਦੇ ਨਹੀਂ, ਮੈਨੂੰ ਤਾਂ ਬਸ ਖੇਤੀ ਕਰਨੀ ਆਉਂਦੀ ਹੈ। ਕਿਆ ਜਾਣੋ ਕਹਾਂ ਪੜਾਵਾ, ਫਿਰ ਮੈਂ ਪੜ੍ਹਾਈ ਨੂੰ ਕੀ ਜਾਣਦਾ, ਮੈਂ ਆਪ ਨਹੀਂ ਪੜ੍ਹਾਈ ਜਾਣਦਾ ਤੇ ਮੈਨੂੰ ਇਹ ਕੀ ਪਤਾ ਕਿ ਪੜ੍ਹਾਉਣਾ ਕਿਸ ਤਰ੍ਹਾਂ ਹੈ। ਕਿਉਂਕਿ ਪੜ੍ਹਾਉਣਾ ਤੇ ਪੜ੍ਹਾਈ ਨਾਲੋਂ ਜ਼ਿਆਦਾ ਔਖਾ ਹੈ। ਆਪ ਪੜ੍ਹ ਲੈਣਾ ਇਹ ਵੀ ਵੱਡੀ ਗੱਲ ਹੈ, ਪਰ ਫਿਰ ਆਪ ਪੜ੍ਹ ਕੇ ਦੂਜਿਆਂ ਨੂੰ ਵਿੱਦਿਆ ਦੇਣੀ ਇਹ ਉਸ ਤੋਂ ਵੀ ਵੱਡੀ ਗੱਲ ਹੈ। ਕਿਉਂਕਿ ਪੜ੍ਹਾਉਣਾ ਹੋਰ ਵੀ ਔਖਾ ਹੈ, ਪੜ੍ਹਾਉਣ ਵਾਸਤੇ ਵੀ ਜੁਗਤੀ ਚਾਹੀਦੀ। ਹਰੇਕ ਬੰਦਾ ਪੜ੍ਹਾ ਵੀ ਨਹੀਂ ਸਕਦਾ। ਕਈ ਵਾਰੀ ਬੰਦਾ ਕਹਿੰਦਾ ਮੈਂ ਤਾਂ ਅੱਜ ਤੱਕ ਪੜ੍ਹਾਇਆ ਹੀ ਨਹੀਂ ਕਿਸੇ ਨੂੰ, ਤੇ ਮੈਂ ਕਿਸ ਤਰ੍ਹਾਂ ਇਹਨੂੰ ਪੜ੍ਹਾ ਸਕਦਾ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿਉਂਕਿ ਸਕੂਲਾਂ ਵਿੱਚ ਟੀਚਰਾਂ ਨੂੰ ਜਦੋਂ ਅਧਿਆਪਕ ਲਾਇਆ ਜਾਂਦਾ, ਪਹਿਲਾਂ ਵੱਖਰੇ ਕੋਰਸ ਕਰਾਏ ਜਾਂਦੇ ਨੇ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਕਿਸ ਤਰ੍ਹਾਂ। ਇਸ ਲਈ ਪੜ੍ਹਨਾ ਤੇ ਫਿਰ ਪੜ੍ਹਾਉਣਾ ਉਸ ਤੋਂ ਵੀ ਵੱਡੀ ਗੱਲ ਹੈ। ਬਾਬਾ ਜੀ ਕਹਿੰਦੇ ਨੇ ਕਿ ਮੈਂ ਆਪ ਨਹੀਂ ਪੜ੍ਹਨਾ ਜਾਣਦਾ, ਦੂਜੇ ਨੂੰ ਕੀ ਪੜ੍ਹਾਵਾਂਗਾ। ਜੋ ਆਪ ਪੜ੍ਹੇ ਸੋ ਪੜ੍ਹਾਈ, ਜੋ ਆਪ ਪੜ੍ਹਿਆ ਹੋਵੇ ਉਹੀ ਦੂਜੇ ਨੂੰ ਪੜ੍ਹਾ ਸਕਦਾ ਹੈ। ਅਨਪੜ੍ਹ ਕਿਆ ਦੇਹ ਸਿਖਾਈ, ਮਹਾਰਾਜ ਅਨਪੜ੍ਹ ਬੰਦਾ ਦੂਜੇ ਨੂੰ ਕੀ ਸਿੱਖਿਆ ਦੇਵੇਗਾ। ਸ੍ਰੀ ਅਰਜਨ ਸੁਨ ਕਰ ਭਾਖੈ, ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ, ਤੁਮ ਸਕਲ ਸ਼ਕਤ ਕੋ ਰਾਖੀ, ਬਾਬਾ ਜੀ ਤੁਸੀਂ ਤਾਂ ਸਾਰੀਆਂ ਸ਼ਕਤੀਆਂ ਦੇ ਸਮਰੱਥ ਹੋ, ਸਾਰੀਆਂ ਸ਼ਕਤੀਆਂ ਤੁਹਾਡੇ ਕੋਲ ਹਨ। ਅਸ ਵਸਤ ਕੌਣ ਜਗ ਮਾਹੀ, ਐਸੀ ਕਿਹੜੀ ਵਸਤੂ ਹੈ ਸੰਸਾਰ ਦੇ ਵਿੱਚ ਜੋ ਤੁਮ ਕਹੋ ਆਵਤ ਨਾਹੀ, ਤੇ ਜਿਹੜੀ ਤੁਹਾਨੂੰ ਨਹੀਂ ਆਉਂਦੀ। ਕਿਹੜੀ ਵਸਤੂ ਹੈ, ਕਿਹੜੀ ਸ਼ਕਤੀ ਹੈ ਜਿਹੜੀ ਤੁਹਾਡੇ ਕੋਲ ਨਹੀਂ ਹੈ। ਨਹਿ ਆਏ ਜੋ ਹਿਰਦੈ ਤੁਮਾਰੇ, ਜੋ ਤੁਹਾਡੇ ਹਿਰਦੇ ਵਿੱਚ ਨਹੀਂ ਆਉਂਦਾ ਸੋ ਭਈ ਨਾ ਜਗਤ ਮਝਾਰੇ। ਐਸੀ ਕੋਈ ਵੀ ਗੱਲ ਵਿਦਿਆ ਜਗਤ ਵਿੱਚ, ਸੰਸਾਰ ਵਿੱਚ ਨਹੀਂ ਜਿਹੜੀ ਤੁਹਾਡੇ ਹਿਰਦੇ ਵਿੱਚ ਪ੍ਰਗਟ ਨਹੀਂ ਹੈ। ਜੋ ਭਈ ਪਰਪੰਚ ਹੈ ਮੱਧੇ, ਹਾਂ ਜੋ ਇਹ ਸੰਸਾਰ ਦੇ ਵਿੱਚ ਹੈ, ਸੋ ਤੁਮੈ ਬਿਦਤ ਸਭ ਸੁਧੇ। ਹਾਂ ਉਹ ਤੁਹਾਨੂੰ ਸੁੱਤੇ ਸਿੱਧੀ ਤੁਹਾਡੇ ਸਾਹਮਣੇ ਪ੍ਰਤੱਖ ਹੈ। ਜਿਹੜਾ ਸੰਸਾਰ ਦਾ, ਪ੍ਰਪੰਚ ਦਾ ਇਹ ਸਾਰਾ ਸ਼ਤਰੰਜ ਹੈ, ਜਾਂ ਇਹ ਸੰਸਾਰ ਦੀਆਂ ਕਠਨ ਤੋਂ ਕਠਨ ਵਿਦਿਆ ਜਿਹੜੀਆਂ ਨੇ ਉਹ ਤੁਹਾਡੇ ਹਿਰਦੇ ਵਿੱਚ ਐ ਸਾਹਮਣੇ ਸਿੱਧੀਆਂ ਹੋਈਆਂ ਨੇ। ਸਾਧ ਸੰਗਤ ਉਹ ਕਿਸ ਤਰ੍ਹਾਂ, ਜਦੋਂ ਆਪਾਂ ਭਗਤ ਜਨਾਂ ਦੇ ਜੀਵਨ ਪੜ੍ਹਦੇ ਹਾਂ ਨਾ, ਤੇ ਕਈ ਭਗਤ ਜਨਾਂ ਦੇ ਜੀਵਨਾਂ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦੀ ਉਹ ਕਿਤੇ ਸਕੂਲ ਨਹੀਂ ਸੀ ਪੜ੍ਹਨ ਗਏ। ਇਹਦਾ ਭਾਵ ਇਹ ਵੀ ਨਹੀਂ ਕਿ ਪੜ੍ਹਾਈ ਕਰਨੀ ਕੋਈ ਮਾੜੀ। ਮਹਾਰਾਜ ਆਪ ਬਾਬਾ ਬੁੱਢਾ ਸਾਹਿਬ ਨੂੰ ਕਹਿ ਰਹੇ ਨੇ ਕਿ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜ੍ਹਾਓ। ਵਿਦਵਾਨ ਕਹਿੰਦੇ ਤੀਜਾ ਨੇਤਰ ਹੈ। ਇਹ ਇੰਨਾ ਮਾਣ ਧਨਾੜ ਪੁਰਸ਼ ਨਹੀਂ ਪਾਉਂਦਾ ਜਿੰਨਾ ਗੁਣੀ ਵਿਦਵਾਨ ਪੜ੍ਹਿਆ ਲਿਖਿਆ ਮਨੁੱਖ ਸੰਸਾਰ ਵਿੱਚ ਮਾਣ ਪ੍ਰਾਪਤ ਕਰਦਾ। ਵਿਦਿਆ ਬਹੁਤ ਵਧੀਆ ਗੱਲ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਰ ਜੇ ਪੜ੍ਹ ਕੇ ਮਾਣ ਹੀ ਕਰਨਾ ਫਿਰ ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ। ਜਿਸ ਲੱਭ ਲੋਭ ਹੰਕਾਰਾ, ਜੇ ਲੋਭ ਹੀ ਇੰਨਾ ਜ਼ਿਆਦਾ ਵਧਾ ਲਿਆ ਕਿ ਪੜ੍ਹ ਕੇ ਦੂਜਿਆਂ ਦੀਆਂ ਜੇਬਾਂ ਕਿਸ ਤਰ੍ਹਾਂ ਖਾਲੀ ਕਰਾਉਣੀਆਂ ਨੇ, ਕਿ ਥੋੜ੍ਹਾ ਜਿਹਾ ਛੋਟਾ ਜਿਹਾ ਕੰਮ ਇੰਨੇ ਪੈਸਿਆਂ ਨਾਲ ਕਿਸ ਤਰ੍ਹਾਂ ਕਰਨਾ। ਲੋਭ ਹੈ ਨਾ ਕਿ ਮੈਂ ਇਹਦੀਆਂ ਜੇਬਾਂ ਕਿਸ ਤਰ੍ਹਾਂ ਖਾਲੀ ਕਰਾਉਣੀ, ਕਿਸ ਤਰ੍ਹਾਂ ਗਰੀਬਾਂ ਨੂੰ ਲੁੱਟ ਲੈਣਾ, ਫਿਰ ਉਹ ਧਨ ਲੈ ਕੇ ਮਨ ਵਿੱਚ ਮਾਣ ਆ ਜਾਣਾ। ਮਹਾਰਾਜ ਕਹਿੰਦੇ ਉਹ ਪੜ੍ਹਨ ਦਾ ਲਾਭ ਕੀ ਸੀ, ਪੜ੍ਹਿਆ ਮੂਰਖ ਆਖੀਏ। ਪਰ ਜੇ ਵਿਦਿਆ ਪੜ੍ਹ ਕੇ ਪਰਉਪਕਾਰੀ ਜੀਵਨ ਬਣਾ ਲਿਆ ਤੇ ਗੁਰਦੇਵ ਕਹਿੰਦੇ ਫਿਰ ਦਰਗਾਹ ਬੈਸਣ ਪਾਈਏ, ਵਿੱਚ ਦੁਨੀਆ ਸੇਵ ਕਮਾਈਏ। ਇੱਥੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਆਉਂਦਾ ਕੁਝ ਨਹੀਂ, ਪੜ੍ਹਿਆ ਹੋਵੇ ਤਾਂ ਪੜ੍ਹਾਵਾਂ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਬਾਬਾ ਬੁੱਢਾ ਸਾਹਿਬ ਤੁਹਾਡੇ ਹਿਰਦੇ ਵਿੱਚ ਕੋਈ ਐਸੀ ਵਿਦਿਆ ਨਹੀਂ ਜਿਹੜੀ ਤੁਹਾਨੂੰ ਪ੍ਰਗਟ ਨਹੀਂ। ਭਗਤ ਜਨਾਂ ਨੇ ਦੁਨਿਆਵੀ ਵਿਦਿਆ ਭਾਵੇਂ ਨਹੀਂ ਪੜ੍ਹੀ, ਪਰ ਅੱਜ ਸਾਰਾ ਸੰਸਾਰ ਉਹਨਾਂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਕਮਾਈ ਕਰ ਰਿਹਾ ਤੇ ਪਰਮ ਪਦਵੀ ਪਾ ਜਾਵੇ ਜਿਹੜਾ ਉਹਨਾਂ ਦੇ ਬਚਨ ਕਮਾਵੇਗਾ। ਕਿਉਂਕਿ ਬ੍ਰਹਮ ਗਿਆਨੀਆਂ ਦੇ ਅੱਗੇ
ਕੋਈ ਐਸੀ ਪ੍ਰਪੰਚ ਸੰਸਾਰ ਦੀ ਪੜ੍ਹਾਈ ਨਹੀਂ ਜਿਹੜੀ ਉਹਨਾਂ ਪਾਸੋਂ ਲੁਕੀ ਹੋਵੇ। ਜੋ ਭਈ ਪ੍ਰਪੰਚ ਮਧੀ ਹਾਂ, ਪੜ੍ਹ ਦੋ। ਅਪਰ ਸਰਬੱਗ ਤਤਗ ਸਦਾਉ ਸਰਬੱਗ ਤਤਗ ਸਦਾਉ। ਹਾਂ, ਨ ਕੀਜੈ ਅਪਰ ਵਲਾਉ, ਐ ਬਾਬਾ ਬੁੱਢਾ ਸਾਹਿਬ ਸੋ ਤੁਮੈ ਬਿਦਤ ਸਭ ਸੁਧੇ। ਉਹ ਵਿਦਿਆ ਤੁਹਾਨੂੰ ਤੁਹਾਡੇ ਸਾਹਮਣੇ ਹੈ। ਨਿਹ ਕੀਜੈ ਅਪਰ ਵਲਾਉ। ਹੁਣ ਬਾਬਾ ਜੀ ਤੁਸੀਂ ਟਾਲ ਮਟੋਲ ਨਾ ਕਰੋ। ਸਰਬੱਗ ਤਤਗ ਸਦਾਉ, ਤੁਹਾਡੇ ਅੰਦਰ ਅੰਤਰਜਾਮਤਾ ਹੈ, ਸਾਰੀਆਂ ਵਿਦਿਆ ਤੁਸੀਂ ਜਾਣਦੇ ਹੋ। ਸਭ ਦਿਓਸ ਮਹੂਰਤ ਆਜੂ, ਸਭ ਕੁਝ ਤੁਸੀਂ ਜਾਣਨ ਵਾਲੇ ਹੋ। ਤੇ ਅੱਜ ਹੀ ਜਿਹੜਾ ਸੋਹਣਾ ਮਹੂਰਤ ਜਿਹੜਾ ਸੋਧਣਾ ਉਹ ਸੋਧ ਲਓ, ਕਿਉਂਕਿ ਗੁਰਸਿੱਖ ਵਿਸ਼ੇਸ਼ ਕਰਕੇ ਨਹੀਂ ਕਹਿੰਦਾ ਕਿ ਫਲਾਣਾ ਦਿਨ ਚੰਗਾ ਹੈ ਉਦੋਂ ਕੋਈ ਮਹੂਰਤ ਸੋਧਾਂਗੇ। ਇੱਥੇ ਮਹੂਰਤ ਦੀ ਇਹ ਗੱਲ ਨਹੀਂ ਕਿ ਕੋਈ ਵੱਖਰਾ ਵਿਸ਼ੇਸ਼ ਕਰਕੇ ਦਿਨ ਰੱਖਿਆ ਹੋਵੇ, ਭਾਵ ਕਿ ਜਿਹੜਾ ਸਮਾਂ ਕੰਮ ਕਰਨਾ ਹੈ ਨਾ ਉਹ ਅੱਜ ਦਾ ਦਿਨ ਅੱਜ ਦੇ ਦਿਨ ਹੀ ਕਰ ਲਵੋ। ਜੋ ਕਰੀਏ ਸੋ ਪੁਰਵੈ ਕਾਜੂ, ਅੱਜ ਹੀ ਤੁਸੀਂ ਇਹ ਕਾਰਜ ਜਿਹੜਾ ਉਹ ਪੂਰਾ ਕਰ ਦਵੋ। ਕਹਿ ਸ੍ਰੀ ਗੁਰੂ ਨਾਨਕ ਨਾਮੋ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਦੇਹ ਵਿਦਿਆ ਅਬ ਅਬਰਾਮੋ। ਤੇ ਸੋਹਣੀ ਜਿਹੜੀ ਵਿਦਿਆ ਉਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪ ਜੀ ਦੇਵੋ। ਜਸ ਸਤਿਗੁਰ ਜਬਹਿ ਬਖਾਨਿਓ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਨਾ ਬਾਬਾ ਜੀ ਨੂੰ ਕਿ ਬਾਬਾ ਜੀ ਉਹ ਵਿਦਿਆ ਪੜ੍ਹਾ ਦਿਓ, ਕਿ ਛੋਟੀ ਜੀ ਉਮਰ ਦੇ ਵਿੱਚ ਜਿਸ ਵਿਦਿਆ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਗਲ ਦੇ ਨਾਲ ਲਾ ਲਿਆ ਤੇ ਬਚਨ ਕਹੇ ਕਿ ਮੈਂ ਤਾਂ ਇੱਥੋਂ ਓਲੇ ਨਾ ਹੋਸਾਂ, ਤੁਸੀਂ ਉਹ ਵਿਦਿਆ ਤੇ ਪੜ੍ਹਾ ਦਿਓ। ਜਿਹਨੂੰ ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਨੇ ਕਿ ਮੈਂ ਤੇਰੇ ਤੋਂ ਓਲੇ ਨਹੀਂ। ਜੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਘਰ ਦੇ ਵਿੱਚ ਬੈਠ ਜਾਂਦੇ ਨੇ ਤੇ ਸਾਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਦੇ, ਮਹਾਰਾਜ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੈਂ ਤੇ ਇੱਥੋਂ ਓਲੇ ਨਹੀਂ ਹੋਵਾਂਗਾ। ਗੁਰੂ ਅਮਰਦਾਸ ਮਹਾਰਾਜ ਆਪਣੇ ਨਗਰ ਬਾਸਰ ਕੇ ਜਾ ਬੈਠਦੇ ਨੇ। ਸਾਧ ਸੰਗਤ ਜਿੱਥੇ ਅੱਜ ਆਪਾਂ ਸਥਾਨ ਦੇ ਦਰਸ਼ਨ ਕਰਦੇ ਹਾਂ ਤੇ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸਿੱਖ ਸੰਗਤ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਵਾਏ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਬਾਬਾ ਜੀ ਤੁਸੀਂ ਉਹ ਵਿਦਿਆ ਪੜ੍ਹਾ ਦਿਓ ਜਿਹੜੀ ਵਿਦਿਆ ਤੋਂ ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕੇ ਤੁਹਾਨੂੰ ਬੁੱਢੇ ਦੀ ਉਪਾਧੀ ਦਿੱਤੀ ਹੈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਇਹ ਬਚਨ ਬਾਬਾ ਜੀ ਨੇ ਸੁਣੇ ਹਨ ਤਬ ਬੁੱਢੇ ਸਾਹਿਬ ਮਾਨਿਓ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦਾ ਬਚਨ ਮੰਨਿਆ ਹੈ। ਗੁਰ ਹੋਏ ਪ੍ਰਸਾਦ ਤਤ ਕਾਲਾ, ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ ਹਨ। ਵਰਤਾਏ ਪ੍ਰਸਾਦ ਵਿਸਾਲਾ, ਜਿਹੜਾ ਪ੍ਰਸ਼ਾਦ ਸਤਿਗੁਰਾਂ ਨੇ ਮੰਗਵਾਇਆ ਸੀ ਉਹ ਸੰਗਤ ਵਿੱਚ ਵਰਤਾ ਦਿੱਤਾ ਗੁਰ ਹੈ। ਅਗਰ ਨਵਾਇਓ ਮਾਥਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ। ਸਤਿਗੁਰੂ ਸਮਰੱਥ ਤੁਸੀਂ ਆਪ ਹੋ, ਕਾਰਜ ਤਾਂ ਤੁਸੀਂ ਆਪ ਕਰਾਉਣਾ ਹੈ। ਗਹਿ ਪਟਿਆ ਆਪਣਾ ਹਾਥਾ, ਫਿਰ ਆਪਣੇ ਹੱਥ ਵਿੱਚ ਪੱਟੀ ਲੈ ਕੇ ਸਭ 35 ਲੇਖ ਕਰ ਦੀਨੀ। ਉਸ ਪੱਟੀ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ 35 ਅੱਖਰ ਜਿਹੜੇ ਨੇ ਗੁਰਮੁਖੀ ਦੇ ਉਹ ਲਿਖੇ ਹਨ। ਹਰ ਗੋਬਿੰਦ ਜੀ ਕਰ ਲੀਨੀ, 35 ਲਿਖ ਕੇ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਪੱਟੀ ਦੇ ਦਿੱਤੀ ਹੈ। ਗਹਿ ਪ੍ਰਥਮੇ ਓੰਕਾਰ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਓੰਕਾਰ ਜਿਹੜਾ ਸੀ ਇੱਕ ਓੰਕਾਰ ਉਹ ਲਿਖਿਆ ਹੈ। ਸਤਿਗੁਰੂ ਪ੍ਰਸਾਦ ਉਚਾਰਾ, ਆਪਣੇ ਮੁਖੋਂ ਸਤਿਗੁਰੂ ਪ੍ਰਸਾਦ। ਇਹ ਸਾਧ ਸੰਗਤ ਮੰਗਲ ਹੈ। ਜਿਹੜੇ ਹੋਰ ਅਨਮਤ ਹਨ ਉਹਨਾਂ ਦੇ ਆਪੋ ਆਪਣੇ ਜਿਹੜੇ ਨੇ ਉਹ ਮੰਗਲ ਹਨ ਤੇ ਆਪੋ ਆਪਣੀ ਮਤ ਅਨੁਸਾਰ ਉਹ ਮੰਗਲ ਕਰਦੇ ਨੇ। ਉਹ ਕਿਸੇ ਨੂੰ ਵਿਦਿਆ ਦਾਤੇ ਮੰਨਦੇ ਨੇ, ਕੋਈ ਕਿਸੇ ਨੂੰ ਮੰਨਦਾ ਹੈ। ਪਰ ਗੁਰਸਿੱਖ ਸਭ ਤੋਂ ਪਹਿਲਾਂ ਕਾਰਜ ਆਰੰਭ ਕਰਨ ਲੱਗਿਆਂ ਪਹਿਲਾ ਮੰਗਲ ਉਚਾਰਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਾਰਿਆਂ ਨੂੰ ਰਚਣ ਵਾਲਾ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਜਦੋਂ 35 ਅੱਖਰ ਲਿਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਦੇ ਹੱਥ ਪੱਟੀ ਦਿੱਤੀ ਨਾ ਤੇ ਸਭ ਤੋਂ ਪਹਿਲਾਂ ਕਿਹਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆਖੋ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਆਪਣੇ ਮੁਖੋਂ ਉਚਾਰਨ ਕੀਤਾ ਹੈ। ਸਭ ਅੱਖਰ ਆਦ ਉਕਾਰਾ, ਸਭ ਤੋਂ ਪਹਿਲਾਂ ਜਿਹੜਾ ਅੱਖਰ ਸੀ ਸਾਧ ਸੰਗਤ ਉਹ ਗੁਰਮੁਖੀ ਦਾ ਪਹਿਲਾ ਅੱਖਰ ਹੈ ਊੜਾ। ਇਹ ਆਪਣੇ ਮੁਖੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ ਹੈ। ਪੜ ਲੀਨੇ ਅੰਤਰ ਕਾੜਾ, ਹਾਂ ਉਹ ਊੜੇ ਤੋਂ ਲੈ ਕੇ ਫਿਰ ਅਡਾੜੇ ਤੱਕ ਜਿਹੜੇ 35 ਅੱਖਰ ਬਣਦੇ ਨੇ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਪਹਿਲਾਂ ਪੜ੍ਹੇ ਹਨ। ਦਿਨ ਪ੍ਰਥਮ ਪੜਤ ਭਏ ਏਤਾ, ਪਹਿਲੇ ਦਿਨ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਇੰਨੀ ਵਿਦਿਆ ਪੜ੍ਹੀ ਹੈ। ਇਹ 35 ਅੱਖਰ ਗੁਰਮੁਖੀ ਦੇ ਊੜੇ ਤੋਂ ਲੈ ਕੇ ਡਾੜੇ ਤੱਕ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਚਾਰਿਆ। ਫਿਰ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ngੰਗਾ। ਫਿਰ ਇਹਦਾ ਉਚਾਰਨ ਜਿਹੜਾ ਹੈ ਉਹ ਉਸਤਾਦਾਂ ਪਾਸੋਂ ਸਿੱਖੀਦਾ ਹੈ। ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਆਪਾਂ ਗੁਰਮੁਖੀ ਪੰਜਾਬੀ ਪੜ੍ਹ ਲੈਨੇ, ਪਰ ਜਦੋਂ ngੰਗੇ ਅੱਖਰ ਦਾ ਯਈਏ ਅੱਖਰ ਦਾ ਉਚਾਰਨ ਆਉਂਦਾ ਹੈ ਜਾਂ ਐਸੇ ਅੱਖਰ ਆਉਂਦੇ ਨੇ ਬਾਣੀ ਦੇ ਅੰਦਰ ਕਾਇਆ ਅਰੰਗਣ ਜੇ ਥੀਆ ਪਿਆਰੇ, ਉੱਥੇ ਸਾਰੇ ਗੱਗਾ ਹੀ ਉਚਾਰਨ ਕਰੀ ਜਾਂਦੇ ਬਹੁਤਾਤ।
ਜਿਹੜੇ ਉਸਤਾਦਾਂ ਪਾਸੋਂ ਨਹੀਂ ਪੜ੍ਹੇ ਤੇ ਫਿਰ ਕਹਿਣਾ ਕਿ ਅਸੀਂ ਫਲਾਣੀਆਂ ਡਿਗਰੀਆਂ ਜਿਹੜੀਆਂ ਨੇ ਉਹ ਫਲਾਣੀ ਯੂਨੀਵਰਸਿਟੀ ਤੋਂ ਲਈਆਂ ਨੇ। ਪਰ ਜਿੰਨਾ ਚਿਰ ਆਪਾਂ ਗੁਰਮੁਖੀ ਦੇ ਅੱਖਰ ਨਹੀਂ ਸਿੱਖਦੇ ਉਹਨਾਂ ਚਿਰ ਅੱਖਰ ਜ਼ੁਬਾਨ ਤੇ ਨਹੀਂ ਚੜ੍ਹਦੇ। ਪੜ੍ਹਨ ਨੂੰ ਸਾਰੇ ਕਹਿੰਦੇ ਗੁਰਬਾਣੀ ਪੜ੍ਹ ਹੀ ਲੈਂਦੇ, ਪਰ ਐਸੇ ਅੱਖਰ ਮਹਿੰਗੇ ਅੱਖਰ ਬਾਣੀ ਵਿੱਚ ਆਉਂਦੇ ਨੇ ਜਿਨ੍ਹਾਂ ਦਾ ਉਚਾਰਨ ਜਿੰਨਾ ਚਿਰ ਉਸਤਾਦਾਂ ਪਾਸੋਂ ਵਿਦਵਾਨ ਗਿਆਨੀਆਂ ਪਾਸੋਂ ਨਹੀਂ ਆਪਾਂ ਸਿੱਖਦੇ, ਜ਼ਿਆਦਾਤਰ ਉਹ ਅੱਖਰ ਜ਼ੁਬਾਨ ਦੇ ਉੱਤੇ ਫਿਰ ਨਹੀਂ ਚੜ੍ਹਦੇ, ਛੇਤੀ ਕਿਤਿਆਂ ਨਹੀਂ ਚੜ੍ਹਦੇ। ਸਦੰ ਆਇਆ ਇਹ ਬਾਣੀ ਦਾ ਅੱਖਰ ਬਹੁਤ ਮਹਿੰਗਾ ਹੈ ਤੇ ਫਿਰ ਇਹ ਉਸਤਾਦਾਂ ਪਾਸੋਂ ਸਿੱਖਿਆ ਜਾਂਦਾ ਹੈ। ਇਸ ਲਈ ਉਸਤਾਦ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਗਿਆਨਵਾਨ, ਜਿਨ੍ਹਾਂ ਦੇ ਹਿਰਦੇ ਵਿੱਚ ਆਤਮ ਗਿਆਨ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਅੱਖਰ ਪੜ੍ਹੇ ਨੇ। ਊੜੇ ਤੋਂ ਲੈ ਕੇ ੜਾੜੇ ਤੱਕ ਪਹਿਲੇ ਦਿਨ ਸਾਰੀ ਵਿਦਿਆ ਪੜ੍ਹੀ ਹੈ। ਪੁਨ ਦਿਓਸ ਦੁਤੀ ਕਰ ਚੇਤਾ, ਫਿਰ ਦੂਜਾ ਦਿਨ ਜਿਹੜਾ ਸੀ ਉਹ ਚੜਿਆ ਹੈ ਪੜ ਲੀਨ ਮੁਹਾਰਨ ਸਾਰੀ। ਫਿਰ ਇਹ ਦੂਜੇ ਦਿਨ ਸਾਰੀ ਮੁਹਾਰਨੀ ਜਿਹੜੀ ਚੇਤੇ ਕੀਤੀ ਸੀ ਨਾ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਣਾਈ ਹੈ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ। ਜੇ ਮਨੁੱਖਾ ਦੀ ਧਾਰੀ ਹੈ ਤੇ ਚੋਜ ਸਵਾਂਗ ਵੀ ਐਸੇ ਹੀ ਰਚਦੇ ਨੇ, ਪਰ ਸਿੱਖਿਆ ਸਾਨੂੰ ਦੇ ਰਹੇ ਨੇ। ਕਿਉਂਕਿ ਕਈ ਵਾਰੀ ਗੁਰਬਾਣੀ ਪੜ੍ਹਨ ਵਾਸਤੇ ਸਿੱਖਣ ਵਾਸਤੇ ਕਈ ਆਉਂਦੇ ਨੇ, ਪਰ ਸਭ ਤੋਂ ਪਹਿਲਾਂ ਉਸਤਾਦ ਜਿਹੜੇ ਨੇ ਉਹ ਮੁਹਾਰਨੀ ਪੜ੍ਹਾਉਂਦੇ ਨੇ। ਭਾਵੇਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਕੋਲ ਹੋਣ ਪਰ 35 ਅੱਖਰ ਪਹਿਲਾਂ ਪੜ੍ਹਾਏ ਜਾਂਦੇ ਨੇ, ਫਿਰ ਲਗਾ ਮਾਤਰਾ ਸਿਖਾਈਆਂ ਜਾਂਦੀਆਂ ਨੇ ਕਿ ਇਹਨਾਂ ਮਾਤਰਾ ਦਾ ਉਚਾਰਨ ਕੀ ਹੈ। ਸ਼੍ਰੀ ਹਰਗੋਬਿੰਦ ਸਾਹਿਬ ਨੇ ਪਹਿਲੇ ਦਿਨ ਬਾਬਾ ਜੀ ਪਾਸੋਂ ਮੁਹਾਰਨੀ ਪੜ੍ਹੀ ਹੈ ਤੇ ਅਗਲੇ ਦਿਨ ਉਹ ਮੁਹਾਰਨੀ ਕੰਠੋਂ ਜਿਹੜੀ ਉਚਾਰਨ ਕੀਤੀ ਸਾਰੀ ਜਿਹੜੀ ਕੰਠ ਸੁਣਾ ਦਿੱਤੀ। ਲਗ ਲਾਗੇ ਜਥਾ ਉਚਾਰੀ, ਫਿਰ ਲਗਾ ਮਾਤਰਾ ਜਿਹੜੀਆਂ ਸਨ ਉਹ ਲਾ ਕੇ ਇਹਨਾਂ ਨੂੰ ਉਚਾਰਨ ਕੀਤਾ ਹੈ। ਦਿਨ ਤ੍ਰਿਤੀਏ ਪਾਵਤ ਨਾਵੇ, ਤੀਜੇ ਦਿਨ ਜਿਹੜਾ ਸੀ ਉਹ ਉਚਾਰਨ ਕੀਤਾ ਹੈ ਨਾਵਿਆਂ ਨੂੰ। ਜਿਮ ਬੁੱਢਾ ਬਾਕ ਇਲਾਵਾ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਪੜ੍ਹਾਉਂਦੇ ਨੇ ਪਟਿਆ ਲਿਖ ਨਾਵਨ ਪੂਰੀ, ਉਸੇ ਤਰ੍ਹਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਆਪਣੀ ਪੱਟੀ ਦੇ ਉੱਤੇ ਜਿਹੜੇ ਅੱਖਰ ਹਨ ਉਹ ਲਿਖਦੇ ਹਨ। ਮੁਖਬਾਨੀ ਉਚਰਤ ਰੂਰੀ, ਆਪਣੇ ਮੁਖ ਦੇ ਉੱਤੋਂ ਸੋਹਣੀ ਜਿਹੜੀ ਬਾਣੀ ਉਚਾਰਨ ਕਰਦੇ ਨੇ। ਤੇ ਜਦੋਂ ਇਹ ਗੁਰਮੁਖੀ ਪੜ੍ਹਾਈ ਜਾਂਦੀ ਹੈ ਪਹਿਲਾਂ ਮੁਹਾਰਨੀ ਫਿਰ ਲਗਾ ਮਾਤਰਾ ਜਿਹੜੀਆਂ ਨੇ ਕਿ ਇਹਨਾਂ ਦਾ ਉਚਾਰਨ ਮੁਕਤੇ ਦਾ ਕਿਸ ਤਰ੍ਹਾਂ ਹੋਣਾ, ਸਿਹਾਰੀ ਦਾ ਉਚਾਰਨ ਬਿਹਾਰੀ ਦਾ, ਲਾਂ ਦਾ, ਦੁਲਾਵਾਂ ਦਾ, ਹੋੜੇ ਦਾ, ਕਨੌੜੇ ਦਾ, ਇਹ ਲਗ ਮਾਤਰ ਉਚਾਰਨ ਕਰਨੀ ਦੱਸੀ ਜਾਂਦੀ। ਫਿਰ ਉਸ ਤੋਂ ਬਾਅਦ ਅੱਖਰਾਂ ਦਾ ਜੋੜ ਇਹ ਕਿਸ ਤਰ੍ਹਾਂ ਬਣਦਾ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਸਿਖਾਇਆ, ਆਪਣੇ ਮੂੰਹੋਂ ਬੋਲਣਾ। ਸ਼੍ਰੀ ਹਰਗੋਬਿੰਦ ਸਾਹਿਬ ਜੀ ਬਾਲ ਅਵਸਥਾ ਵਿੱਚ ਨੇ, ਮਹਾਰਾਜ ਪਿੱਛੇ ਪਿੱਛੇ ਉਸੇ ਤਰ੍ਹਾਂ ਉਚਾਰਦੇ ਹਨ। ਸਭ ਵਿਦਿਆ ਕਾਰਨ ਜੋਈ, ਜੋ ਵਿਦਿਆ ਦੇ ਕਾਰਨ ਹਨ, ਜੋਈ ਜੋ ਵਿਦਿਆ ਦਾ ਕਾਰਨ। ਵਿਦਿਆ ਦਾ ਰਚੇਤਾ ਕੌਣ ਹੈ? ਮਹਾਰਾਜ ਤੁਸੀਂ ਆਪ ਹੀ ਤਾਂ ਹੋ, ਪਰਮੇਸ਼ਰ ਸਰੂਪ ਹੋ, ਸਮਰੱਥ ਹੋ ਤੇ ਤੁਸੀਂ ਆਪ ਹੀ ਵਿਦਿਆ ਦੇ ਰਚੇਤਾ ਹੋ। ਲਗ ਪੜਨ ਗੁਰਮੁਖੀ ਸੋਈ, ਪਰ ਗੁਰਮੁਖੀ ਸਤਿਗੁਰੂ ਪੜ੍ਹ ਰਹੇ ਹਨ। ਜਿਸ ਤਰ੍ਹਾਂ ਸਾਨੂੰ ਪੜ੍ਹਨ ਦੀ ਲੋੜ ਪੈਂਦੀ ਹੈ ਇਉਂ ਮਹਾਰਾਜ ਚੋਜ ਕਰ ਰਹੇ ਨੇ, ਪਰ ਆਪ ਹੀ ਤੁਸੀਂ ਸਾਰੇ ਵਿਦਿਆ ਨੂੰ ਰਚਣ ਵਾਲੇ ਹੋ। ਤਨ ਮਾਨੁਖ ਧਾਰਿਓ ਜੈਸੇ, ਜਿਸ ਤਰ੍ਹਾਂ ਮਨੁੱਖਾ ਤਨ ਧਾਰਿਆ ਹੈ, ਨਿਰਬਾਹ ਸਵਾਂਗ ਕਹੋ ਤੈਸੇ, ਉਸੇ ਤਰ੍ਹਾਂ ਮਹਾਰਾਜ ਜੀ ਨੇ ਸਵਾਂਗ ਰਚੇ ਨੇ, ਨਿਰਬਾਹ ਕੀਤਾ ਹੈ। ਜਿਸ ਤਰ੍ਹਾਂ ਮਨੁੱਖਾ ਦੇ ਧਾਰ ਕੇ ਆਏ ਨੇ, ਜਿਸ ਤਰ੍ਹਾਂ ਮਨੁੱਖ ਜਿਹੜੇ ਕਰਤੱਵ ਕਰਦੇ ਨੇ, ਜੋ ਮਨੁੱਖ ਕੰਮ ਕਰਦੇ ਨੇ, ਉਸੇ ਤਰ੍ਹਾਂ ਗੁਰੂ ਸਾਹਿਬ ਜੀ ਬੱਚਿਆਂ ਨੂੰ ਪੜ੍ਹਨ ਦੀ ਲੋੜ ਪੈਂਦੀ ਹੈ। ਆਪ ਵਿਦਿਆ ਦੇ ਰਚੇਤਾ ਨੇ, ਪਰ ਮਨੁੱਖਾ ਤਨ ਧਾਰ ਕੇ ਸਵਾਂਗ ਰਚਿਆ ਹੋਇਆ ਕੌਤਕ ਦਿਖਾ ਰਹੇ ਨੇ, ਉਸੇ ਤਰ੍ਹਾਂ ਪੜ੍ਹ ਰਹੇ ਹਨ। ਪੁਨ ਪੋਥੀ ਪੜਨ ਸੁਲਾਗੀ, ਫਿਰ ਪੋਥੀ ਪੜ੍ਹਨ ਲੱਗੇ ਹਨ। ਅੱਜ ਜੇ ਕੋਈ ਪੋਥੀ ਆਪਾਂ ਚਾਟੀ ਖੋਲ ਕੇ ਪ੍ਰਕਾਸ਼ ਕਰਕੇ, ਕਈ ਕਹਿੰਦੇ ਨੇ ਜੀ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ, ਮੁਬਾਰਕ ਹੈ, ਕਰਨਾ ਚਾਹੀਦਾ ਹੈ, ਪਰ ਜਿੱਥੇ ਦੁਨਿਆਵੀ ਕਮਾਈ ਦੀ ਗੱਲ ਆਉਂਦੀ ਹੈ ਉੱਥੇ ਆਪਾਂ ਔਖੀ ਤੋਂ ਔਖੀ ਵਿਦਿਆ ਵੀ ਸਿੱਖ ਲੈਂਦੇ, ਸਿੱਖਦੇ ਹੀ ਆ ਨਾ। ਕਿੰਨਾ ਸਮਾਂ ਵਿਦਿਆਰਥੀ ਬੱਚੇ ਪੜ੍ਹਾਈਆਂ ਕਰਦੇ ਨੇ, ਬਹੁਤ ਵਧੀਆ ਗੱਲ ਹੈ। 16 ਘੰਟੇ ਵੀ ਪੜ੍ਹਨ ਵਾਲੇ ਬੱਚੇ ਮਿਲ ਜਾਣਗੇ, ਪਰ 1 ਘੰਟਾ ਘੱਟੋ ਘੱਟ ਕੱਢ ਕੇ ਆਪਾਂ ਗੁਰਮੁਖੀ ਅੱਖਰ ਕਿਉਂ ਨਹੀਂ ਸਿੱਖਦੇ? ਜਿਹੜੀ ਬਾਣੀ ਨੇ ਸਾਡਾ ਲੋਕ ਅਤੇ ਪਰਲੋਕ ਸਵਾਰਨਾ ਹੈ, ਉਹ ਬਾਣੀ ਨੂੰ ਜ਼ਰੂਰ ਆਪਾਂ ਉਹਦਾ ਅਭਿਆਸ ਕਰੀਏ। ਪੜ੍ਹੇ ਲਿਖੇ ਗੁਰਮੁਖਾਂ ਪਾਸੋਂ, ਸੱਜਣਾ ਪਾਸੋਂ, ਵਿਦਵਾਨਾਂ ਪਾਸੋਂ ਗੁਰਮੁਖੀ ਦੇ ਅੱਖਰ ਸਿੱਖੀਏ ਤੇ ਫਿਰ ਆਪਾਂ ਪੋਥੀ ਪੜ੍ਹਨ ਯੋਗ ਹੁੰਨੇ ਆ। ਜਿਸ ਤਰ੍ਹਾਂ ਆ ਇਤਿਹਾਸ ਵਿਚਾਰੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਮੁਹਾਰਨੀ ਪੜ੍ਹੀ, ਲਗਾ ਮਾਤਰਾ, ਫਿਰ ਅੱਖਰਾਂ ਦਾ ਜੋੜ, ਫਿਰ ਮਹਾਰਾਜ ਜੀ ਨੇ ਪੋਥੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਪੜ੍ਹੀ ਹੈ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਪਾਸੋਂ ਸਾਰੀ ਵਿਦਿਆ ਪੜ੍ਹ ਕੇ, ਬਾਕੀ ਤਾਂ ਸਤਿਗੁਰੂ ਆਪ ਰਚੇਤਾ ਨੇ, ਸਾਰੀਆਂ ਵਿਦਿਆ ਸਫਰ ਹੋਣੀਆਂ। ਗੁਰੂ ਅਰਜਨ ਦੇਵ ਸਾਹਿਬ, ਮਾਤਾ ਗੰਗਾ ਜੀ ਸੁਣ ਕੇ ਵੇਖ ਕੇ ਬੜੇ ਪ੍ਰਸੰਨ ਹੋਣਗੇ। ਫਿਰ ਹੋਰ ਵਿਦਿਆ, ਸ਼ਸਤਰ ਵਿਦਿਆ, ਘੋੜ ਸਵਾਰੀ, ਇਹ ਸਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਦਿੱਤੀ ਹੈ।
ਇਹ ਆਉਂਦੇ ਪ੍ਰਸੰਗ ਵਿੱਚ ਆਪਾਂ ਵਿਚਾਰ ਸਰਵਣ ਕਰਾਂਗੇ ਜੀ। ਇੱਥੇ ਸਮਾਂ ਸਮਾਪਤੀ ਤੇ ਆ ਚੁੱਕਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਜੋ ਸਤਿਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਤਿਗੁਰਾਂ ਦਾ ਦਿੱਤਾ ਉਪਦੇਸ਼ ਇਹ ਸਾਡੇ ਹਿਰਦੇ 'ਚ ਵਸ ਜਾਵੇ। ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਆਓ ਅਖੀਲੀਆਂ ਦੋ ਪੰਕਤੀਆਂ ਸਰਵਣ ਕਰੀਏ ਜੀ। ਸਭ ਵਿਦਿਆ ਕਾਰਨ ਜੋਈ, ਲਗ ਪੜਨ ਗੁਰਮੁਖੀ ਸੋਈ। ਤਨ ਮਾਨੁਖ ਧਾਰਿਓ ਜੈਸੇ, ਨਿਰਵਾਹ ਸਵਾਂਗ ਕਰ ਤੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।